ਸਾਨੂੰ मतलब उत्तर अनुसार आर्डर ये दिते गए भी तुसीं कुछ नहीं देखना इत्थे, अन्नेवाह फायरिंग करनी है, कोई मरदा मरे। अन्ना धुंद गुंडागर्दी, बलात्कार, ਇਹੋ ਜਿਹੀਆਂ ਘਟਨਾਵਾਂ ਕੀਤੀਆਂ ਸਾਡੀਆਂ ਅੱਖਾਂ ਸਾਹਮਣੇ। ਬਹੁਤ ਕੁਝ ਹੋਇਆ, ਆਪਣੇ ਹੀ ਬੰਦੇ, ਆਪਣੇ ਹੀ ਫੌਜੀਆਂ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਬੜਾ ਕੁਝ ਕੀਤਾ। ਤੇ ਉਹ ਕਹਿੰਦਾ ਵੀ ਇਹਨੂੰ ਮੁੱਦਾ ਪਾਓ, ਮੁੱਦਾ ਪਾਓ। ਜਦੋਂ ਮੈਨੂੰ ਕਿਹਾ ਉਹਨੇ ਮੁੱਦਾ ਪਾਓ, ਮੇਰੇ ਲੱਪੜ ਮਾਰਨ ਆਇਆ ਜਿੰਦਲ, ਤੇ ਮੈਂ ਉਹਦੇ ਪਹਿਲੇ ਠੋਕਿਆ ਅੰਦਰ ਹੀ ਜੇਲ੍ਹ ਚ। ਹਾਂ, ਜਦੋਂ ਠੋਕਿਆ ਉਹਦੇ ਲੱਪੜ ਨੂੰ ਟੋਪੀ ਲੈ ਕੇ ਉਹਦੀ ਹੋ ਗਈ ਓਡੀ ਦੂਰ। ਉਦੋਂ ਮੁੜ ਕੇ ਮੈਨੂੰ ਨਹੀਂ ਪਤਾ ਲੱਗਿਆ ਵੀ ਮੈਨੂੰ ਉਹਨਾਂ ਨੇ ਉੱਥੇ ਕਿੰਨਾ ਕੁੱਟਿਆ। ਉਦੋਂ ਮੁੜ ਕੇ ਉੱਥੇ 8 ਚੱਕੀਆਂ ਸੀ, 8 ਚੱਕੀਆਂ ਦੇ ਵਿੱਚ ਲਿਆ ਕੇ ਬੰਦ ਕਰਤਾ। ਉੱਥੇ ਸੂਰਜ ਚੜ੍ਹਦੇ ਦਾ ਨਾ ਸਿਪਦੇ ਦਾ 3 ਮਹੀਨੇ ਮੈਂ 8 ਚੱਕੀਆਂ ਦੇ ਵਿੱਚ ਰਿਹਾ ਉੱਥੇ। ਅਸੀਂ ਉਹਨੂੰ ਇਹ ਵੀ ਕਿਹਾ ਵੀ ਤੇਰੇ ਪਿਓ ਦਾ ਰਾਜ ਹੈ, ਜਿੱਥੇ ਤੂੰ ਹੈ ਉੱਥੇ ਅਸੀਂ ਹੈ। ਜੇ ਤੈਨੂੰ ਮਤਲਬ ਤੂੰ ਸਾਡੀਆਂ ਰਫਲਾਂ ਲਿਖਾ ਕੇ ਇਹਦੇ 'ਚ ਰੱਖਦਾ, ਸਾਨੂੰ ਮੂਹਰੇ ਭਜਾਉਣਾ, ਸਾਨੂੰ ਕਿਸੇ ਨੇ ਮਾਰਤਾ। ਇਹ ਅਫਸਰ ਕਿੱਥੋਂ? ਆਪਣਾ ਪੰਜਾਬੀ ਅਫਸਰ ਮਨਜੀਤ ਸਿੰਘ ਚਹਿਲ ਸੰਗਰੂਰ ਦਾ। ਉਹਦਾ ਖਿਮਿਆਜਾ ਅਸੀਂ ਭੁਗਤਿਆ ਜੀ। ਉਹਦਾ ਖਿਮਿਆਜਾ ਸਾਨੂੰ 1-1 ਸਾਲ ਦੀ ਸਜ਼ਾ ਕੀਤੀ ਵੀ ਅਸੀਂ ਤੁਹਾਨੂੰ ਸ਼੍ਰੀਲੰਕਾ ਦੇ ਵਿੱਚ ਤੁਹਾਡੇ ਸ਼ਾਂਤੀ ਫੈਲਾਵਾਂਗੇ ਤੇ ਸਾਨੂੰ ਤੁਸੀਂ ਉਹਦੇ ਬਦਲੇ ਦੇ ਵਿੱਚ ਪੈਟਰੋਲ, ਡੀਜ਼ਲ ਤੇ ਜਿਹੜਾ ਇੰਧਨ ਹੋਰ ਵੀ ਗੈਸ ਜੋ ਵੀ ਉਧਰੋਂ ਨਿਕਲਦਾ ਸੀਗਾ ਉਹ ਮਤਲਬ ਸਾਨੂੰ ਤੁਸੀਂ ਤੁਹਾਨੂੰ ਦੇਣਾ ਪਊਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ ਇੱਕ ਵਾਰ ਫਿਰ ਹਾਜ਼ਰ ਹੋਏ ਹਾਂ ਇੱਕ ਅਣਸੁਣੀ ਕਹਾਣੀ ਲੈ ਕੇ। ਹਮੇਸ਼ਾ ਹੀ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚ ਜੇ ਪਿਛਲੇ ਦੌਰ ਦੀ ਗੱਲ ਕਰਦੇ ਹਾਂ, ਜ਼ਿਆਦਾ ਪੁਰਾਣਾ ਨਹੀਂ ਅਸੀਂ ਜਾਂਦੇ। ਜੇ ਪਿਛਲੇ 3-4 ਦਹਾਕਿਆਂ ਦੀ ਗੱਲ ਕਰਦੇ ਹਾਂ, ਪਿਛਲੇ 2 ਦਹਾਕਿਆਂ ਦੀ ਗੱਲ ਕਰਦੇ ਹਾਂ, ਜੇ ਐਨਕਾਊਂਟਰਾਂ ਦੀ ਗੱਲ ਹੁੰਦੀ ਆ ਤਾਂ ਪੰਜਾਬ ਦੇ ਵਿੱਚ ਬੜੇ ਐਨਕਾਊਂਟਰ ਹੁੰਦੇ ਆਏ ਨੇ। ਲੋਕਾਂ ਦੇ ਨਾਲ ਧੱਕੇਸ਼ਾਹੀ ਵੀ ਹੋਈ, ਮੁੜ ਕੇ ਪਰਿਵਾਰਾਂ ਦੀ ਵੀ ਕੋਈ ਬਾਂਹ ਨਹੀਂ ਫੜਦਾ, ਕਿਤੇ ਕੋਈ ਸੁਣਵਾਈ ਨਹੀਂ ਹੁੰਦੀ। ਇੱਕ ਅਜਿਹੀ ਹੀ ਅਣਸੁਣੀ ਅਸੀਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ। ਕਹਾਣੀ ਬੇਸ਼ੱਕ ਦੀ ਸਾਡੇ ਨਾ ਤਾਂ ਸੂਬੇ ਨਾਲ ਸੰਬੰਧਿਤ ਆ, ਪਰ ਸਾਡੇ ਦੇਸ਼ ਦੇ ਨਾਲ ਸਿੱਧੇ ਤੌਰ ਤੇ ਕਿਸੇ ਹੋਰ ਬੇਗਾਨੇ ਮੁਲਕ ਦੇ ਨਾਲ ਸਿੱਧੇ ਤੌਰ ਦੇ ਉੱਤੇ ਸੰਬੰਧਿਤ ਕਹਾਣੀ ਆ। ਸਾਡੇ ਨਾਲ ਇੱਕ ਸਾਬਕਾ ਫੌਜੀ ਹੋਣਗੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅੱਜ ਅਸੀਂ ਮੌਜੂਦ ਹਾਂ ਬਠਿੰਡਾ ਜ਼ਿਲ੍ਹਾ ਦੇ ਪਿੰਡ ਜੇਠੂਕੇ ਵਿਖੇ, ਤੇ ਸਾਡੇ ਨਾਲ ਮੌਜੂਦ ਹੋਣਗੇ ਬਲਵਿੰਦਰ ਸਿੰਘ। ਬਲਵਿੰਦਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੀ ਮਤਲਬ ਦਾਸਤਾਨ ਸੁਣ ਕੇ ਜਿਹੜੇ ਲੋਕਾਂ ਤੱਕ ਪਹੁੰਚਾਉਣੀ ਹੈ, ਤੁਸੀਂ ਇਹ ਉਪਰਾਲਾ ਕਰ ਰਹੇ ਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਬਲਵਿੰਦਰ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਵੀ, ਤੁਸੀਂ ਕਿਸਾਨ ਯੂਨੀਅਨ ਦੇ ਵਿੱਚੋਂ ਹੁਣ ਪਹਿਲਾਂ ਸਾਬਕਾ ਫੌਜੀ ਵੀ ਰਹੇ ਹੋ। ਪਹਿਲਾਂ ਤਾਂ ਮੈਂ ਪ੍ਰਸ਼ਨ ਇੱਥੇ ਸ਼ੁਰੂ ਕਰਾਂਗੇ, ਕਹਾਣੀ ਆਪਾਂ ਵੀ ਸੁਣਾਂਗੇ। ਪਹਿਲਾਂ ਉੱਧਰ ਸੰਘਰਸ਼ ਕੀਤਾ ਫੌਜ ਦੇ ਵਿੱਚ, ਉਹ ਵੀ ਤੁਹਾਡਾ ਤਾਂ ਇੱਕ ਵੱਖਰੀ ਕਿਸਮ ਦਾ ਸੰਘਰਸ਼ ਰਿਹਾ ਹੈਗਾ, ਤੇ ਹੁਣ ਇੱਧਰ ਕਰ ਰਹੇ ਹੋ। ਕਿੰਨਾ ਕੁ ਫਰਕ ਲੱਗਦਾ ਗਾ ਇਹਦਾ? ਤਾਂ ਜੀ ਦੇਖੋ, ਜਿਹੜਾ ਆਹ ਸੰਘਰਸ਼ ਕਰ ਰਹੇ ਹਾਂ ਲੋਕਾਂ ਦੀ ਖਾਤਰ, ਇਹਦਾ ਸਕੂਨ ਕੁਛ ਵੱਖਰਾ ਹੈ। ਜਿਹੜਾ ਅਸੀਂ ਪਹਿਲਾਂ ਸੰਘਰਸ਼ ਕੀਤਾ ਹੈ, ਜਿਵੇਂ ਅਸੀਂ 1985 ਦੇ ਵਿੱਚ ਭਰਤੀ ਹੋਏ। 85 ਦੇ ਵਿੱਚ ਭਰਤੀ ਹੋਣ ਤੋਂ ਬਾਅਦ ਟ੍ਰੇਨਿੰਗ ਲੈਣ ਤੋਂ ਬਾਅਦ ਅਸੀਂ ਪਠਾਨਕੋਟ ਆ ਗਏ, ਸਾਡੀ ਰੈਜੀਮੈਂਟ। ਪਠਾਨਕੋਟ ਤੋਂ ਜਦੋਂ ਸਾਨੂੰ ਪਤਾ ਲੱਗਿਆ ਵੀ ਐਂ ਕਰਕੇ ਵੀ ਜੀ ਸ਼੍ਰੀਲੰਕਾ ਦੇ ਵਿੱਚ ਇੱਕ ਹਥਿਆਰਬੰਦ ਕੋਈ ਯੁੱਧ ਚੱਲ ਰਿਹਾ ਹੈ, ਜਿਵੇਂ ਆਪਣੇ ਵੀ ਇੱਧਰ ਪੰਜਾਬ ਦੇ ਵਿੱਚ ਉਸ ਸਮੇਂ ਦੇ ਵਿੱਚ ਇੱਕ ਖਾੜਕੂਬਾਦ ਦੇ ਨਾਂ ਦੇ ਉੱਤੇ ਮਤਲਬ ਇੱਕ ਯੁੱਧ ਚੱਲ ਰਿਹਾ ਸੀਗਾ ਜੀ। ਜਿਸ ਤਰ੍ਹਾਂ ਇੱਧਰ ਵੀ ਕੋਹ ਕੇ ਸਾਡੇ ਨੌਜਵਾਨਾਂ ਨੂੰ ਪੁਲਿਸ ਐਨਕਾਊਂਟਰਾਂ ਦੇ ਵਿੱਚ ਮਾਰ ਰਹੀ ਸੀ। ਜਿਵੇਂ ਤੁਸੀਂ ਦੱਸਿਆ ਵੀ ਕੋਈ ਕਿਸੇ ਦੀ ਦਾਦ ਨਹੀਂ, ਫਰਿਆਦ ਨਹੀਂ, ਕੋਈ ਸੁਣਵਾਈ ਨਹੀਂ, ਕੋਈ ਅਦਾਲਤ ਨਹੀਂ, ਕੁਛ ਨਹੀਂ, ਅਪੀਲ ਦਲੀਲ ਕੁਛ ਨਹੀਂ ਸੀਗਾ। ਇਹੀ ਹਾਲਾਤ ਮਤਲਬ ਉਸ ਸ਼੍ਰੀਲੰਕਾ ਦੇ ਵਿੱਚ ਬਣੇ ਹੋਏ ਸੀਗੇ ਜਦੋਂ ਸਾਨੂੰ ਇੱਥੋਂ ਭੇਜਿਆ ਗਿਆ 16 ਸਿੱਖ ਰੈਜੀਮੈਂਟ ਦੇ ਵਿੱਚ, ਕਿਉਂਕਿ ਮੇਰੀ ਰੈਜੀਮੈਂਟ 4 ਸਿੱਖ ਸੀਗੀ। ਸਾਨੂੰ 16 ਦੇ ਵਿੱਚ ਰੀਅਰਫੋਰਸਮੈਂਟ ਦੇ ਵਿੱਚ ਭੇਜਿਆ ਗਿਆ, ਕਿਉਂਕਿ ਕੈਜੁਅਲਟੀ ਉਹਨਾਂ ਦੀ ਜ਼ਿਆਦਾ ਹੋ ਗਈ ਸੀ ਉੱਥੇ। ਜਦੋਂ ਅਸੀਂ ਇੱਥੋਂ ਚੱਲੇ ਹਾਂ, ਇੱਥੋਂ ਚੱਲ ਕੇ ਮਦਰਾਸ ਪਹੁੰਚੇ ਹਾਂ। ਮਦਰਾਸ ਤੋਂ ਪਾਣੀ ਵਾਲੇ ਜਹਾਜ਼ ਦੇ ਰਾਹੀਂ 18 ਘੰਟਿਆਂ ਦਾ ਸਫ਼ਰ ਕਰਕੇ ਪਲਾਲੀ ਬੰਦਰਗਾਹ ਦੇ ਉੱਤੇ ਗਏ ਹਾਂ ਅਸੀਂ ਸ਼੍ਰੀਲੰਕਾ ਦੇ ਵਿੱਚ। ਜਿਹਨਾਂ ਦੀ ਉਹ ਬੰਦਰਗਾਹ ਦੇ ਉੱਤੇ ਸਾਡੇ ਨਾਲ ਮਤਲਬ ਜਿਹੜਾ ਉਧਰਲਾ ਸੀਗਾ, ਜਿਹੜਾ ਹਥਿਆਰਬੰਦ ਜੋ ਘੋਲ ਲੜ ਰਹੇ ਸੀਗੇ ਲਿੱਟੇ LTTE ਵਾਲੇ, ਉਹਨਾਂ ਨਾਲ ਸਾਡਾ ਬਹੁਤ ਘਮਸਾਨ ਯੁੱਧ ਹੋਇਆ ਉੱਥੇ। ਪਹੁੰਚਣ ਸਾਰ ਸਾਡਾ ਘੱਟੋ ਘੱਟ ਮੇਰੇ ਖਿਆਲ 15 ਘੰਟੇ ਮੁਕਾਬਲਾ ਹੋਇਆ ਉਹਨਾਂ ਦੇ ਨਾਲ ਉੱਥੇ। ਸਾਨੂੰ 15 ਘੰਟੇ ਸਾਡਾ ਸਿਪ ਉਹਨਾਂ ਨੇ ਉਹ ਜਿਹੜੀ ਬੰਦਰਗਾਹ ਸੀਗੀ ਉਹਦੇ ਉੱਤੇ ਲੱਗਣ ਨਹੀਂ ਸੀ ਦਿੱਤਾ। ਚਲੋ ਉਸ ਤੋਂ ਬਾਅਦ ਅਸੀਂ ਤੁਸੀਂ ਜਹਾਜ਼ 'ਚ ਸੀਗੇ। ਅਸੀਂ ਪਾਣੀ ਵਾਲਾ ਜਹਾਜ਼ ਸੀ, ਬਹੁਤ ਵੱਡਾ ਜਹਾਜ਼ ਸੀ, ਕੋਕਨ ਸੇਵਕ ਜਹਾਜ਼ ਦਾ ਨਾਂ ਸੀਗਾ ਉਹਦਾ। ਤੇ
ਉਹਦੇ ਵਿੱਚ ਗੱਡੀਆਂ ਵੀ ਸੀਗਾ, ਸਾਰਾ ਕੁਝ ਹੀ ਸੀ ਉਹਦੇ ਵਿੱਚ, ਤੇ ਮਤਲਬ ਜਿਵੇਂ ਇੱਕ ਪਿੰਡ ਦੀ ਤਰ੍ਹਾਂ ਸੀਗਾ। ਹਾਂਜੀ। ਤੇ ਉਹ ਜਦੋਂ ਮਤਲਬ ਸਾਡਾ ਜਿਹੜਾ ਹੋਇਆ ਉਹਨਾਂ ਨਾਲ ਮੁਕਾਬਲਾ, ਤੇ ਉਦੋਂ ਬਾਅਦ ਫਿਰ ਜਾ ਕੇ ਅਸੀਂ ਜਦੋਂ ਉੱਥੇ ਜਾ ਕੇ ਉਤਰੇ, ਸਾਨੂੰ ਮਤਲਬ ਉੱਤਰ ਅਨੁਸਾਰ ਆਰਡਰ ਇਹ ਦਿੱਤੇ ਗਏ ਵੀ ਤੁਸੀਂ ਕੁਝ ਨਹੀਂ ਦੇਖਣਾ, ਇੱਥੇ ਅੰਨ੍ਹੇਵਾਹ ਫਾਇਰਿੰਗ ਕਰਨੀ ਹੈ, ਕੋਈ ਮਰਦਾ ਮਰੇ। ਚਲੋ ਹੋਇਆ ਵੀ ਇਹ ਅਸੀਂ ਕਰਿਆ, ਪਰ ਉਸ ਤੋਂ ਬਾਅਦ ਬਲਵਿੰਦਰ ਜੀ ਇਹ ਮੈਂ ਇੱਕ ਰੋਕਣਾ ਚਾਹੂੰਗਾ, ਇਹ ਜਿਹੜੇ ਆਰਡਰ ਸੀ ਇਹ ਕਿਸ ਵੱਲੋਂ ਸੀ? ਉੱਥੇ ਸਾਡੇ ਜਿਹੜੇ ਫੌਜ ਦੇ ਉੱਚ ਅਫਸਰ ਸੀਗੇ, ਉੱਚ ਅਫਸਰਾਂ ਨੂੰ ਇਧਰੋਂ ਆਰਮੀ ਹੈੱਡਕੁਆਟਰ ਦੇ ਦਿੱਲੀ ਤੋਂ ਹੁਕਮ ਜਾਂਦੇ ਸੀਗੇ, ਦਿੱਲੀ ਤੋਂ ਉਹਨਾਂ ਨੂੰ ਹੁਕਮ ਹੁੰਦੇ ਸੀਗੇ, ਉਹਨਾਂ ਨੂੰ ਉਹ ਸਾਨੂੰ ਫਿਰ ਮਤਲਬ ਜਿਹੜੀ ਸ਼੍ਰੀਲੰਕਾ ਦੀ ਫੌਜ ਸੀ ਉਹ ਵੀ ਤੁਹਾਡੇ ਨਾਲ ਸੀ? ਨਹੀਂ, ਉਹ ਸ੍ਰੀਲੰਕਾ ਦੀ ਜਿਹੜੀ ਫੌਜ ਸੀ, ਸ੍ਰੀਲੰਕਾ ਦੀ ਫੌਜ LTT ਨੇ ਮਤਲਬ ਆਪਦੇ ਕਬਜ਼ੇ ਦੇ ਵਿੱਚ ਰੱਖੀ ਹੋਈ ਸੀਗੀ, ਬੰਦ ਕਰਕੇ ਕਿਲਿਆਂ ਦੇ ਵਿੱਚ। ਉੱਥੇ ਕਿਲੇ ਜਿਵੇਂ ਆਪਣੇ ਕਿਲੇ ਹੈ, ਇਸ ਤਰ੍ਹਾਂ ਕਿਲਿਆਂ ਨੂੰ ਇਮਾਰਤਾਂ ਸੀਗੀਆਂ, ਉਹਨਾਂ ਦੇ ਵਿੱਚ ਉਹਨਾਂ ਦੀ ਫੌਜ ਨੂੰ ਬੰਦ ਕਰਕੇ ਰੱਖਿਆ ਹੋਇਆ ਸੀਗਾ, ਜਿਹੜੇ ਕਬਜ਼ੇ ਸੀ ਉਹਨਾਂ ਦੇ। ਜਿਹੜਾ ਗੋਲੀ ਸਿੱਕਾ ਫੌਜ ਦਾ, ਉਹਨਾਂ ਦਾ ਸਾਰਾ ਹਥਿਆਰ ਜੋ ਵੀ ਸੀ, ਉਹ ਸਾਰਾ ਕੁਝ LTT ਵਾਲਿਆਂ ਦੇ ਕਬਜ਼ੇ ਦੇ ਵਿੱਚ ਸੀਗਾ। ਜਿਹੜਾ ਦੋ ਦੇਸ਼ਾਂ ਦੇ ਵਿੱਚ ਸੰਧੀ ਹੋਈ ਉਦੋਂ ਬਾਅਦ ਤੁਸੀਂ ਜਾਂਦੇ ਹੋ? ਹਾਂ, ਉਦੋਂ ਬਾਅਦ ਅਸੀਂ ਜਾਂਦੇ ਹਾਂ। ਜਦੋਂ ਉਧਰ ਪ੍ਰੇਮ ਦਾਸਾ ਸੀ ਰਾਸ਼ਟਰਪਤੀ, ਇਧਰੋਂ ਰਾਜੀਵ ਗਾਂਧੀ ਸੀ ਆਪਣਾ ਪ੍ਰਧਾਨ ਮੰਤਰੀ, ਇਹਨਾਂ ਨਾਲ ਗੱਲਬਾਤ ਹੋਈ ਆ। ਇਹਨਾਂ ਨੇ ਫਿਰ ਇੱਕ ਸੰਧੀ ਕੀਤੀ ਵੀ ਅਸੀਂ ਤੁਹਾਨੂੰ ਸ੍ਰੀਲੰਕਾ ਦੇ ਵਿੱਚ ਤੁਹਾਡੇ ਸ਼ਾਂਤੀ ਫੈਲਾਵਾਂਗੇ, ਤੇ ਸਾਨੂੰ ਤੁਸੀਂ ਉਹਦੇ ਬਦਲੇ ਦੇ ਵਿੱਚ ਪੈਟਰੋਲ, ਡੀਜ਼ਲ ਤੇ ਜਿਹੜਾ ਇੰਧਨ ਹੋਰ ਵੀ ਗੈਸ ਜੋ ਵੀ ਉਧਰੋਂ ਨਿਕਲਦਾ ਸੀਗਾ, ਉਹ ਮਤਲਬ ਸਾਨੂੰ ਤੁਸੀਂ ਤੁਹਾਨੂੰ ਦੇਣਾ ਪਊਗਾ। ਇਹ ਮਤਲਬ ਸੰਧੀ ਹੋਈ ਸੀ ਇਸ ਕਿਸਮ ਦੀ। ਉਹਦੇ ਵਿੱਚੋਂ ਇਹਨਾਂ ਨੇ ਭਾਰਤੀ ਫੌਜ IPKF ਇੰਡੀਅਨ ਪੀਸ ਕੀਪਿੰਗ ਫੋਰਸ ਬਣਾ ਕੇ ਭੇਜੀ ਸੀਗੀ ਉੱਥੇ, ਵੀ ਇਹ ਭਾਰਤ ਦੀ ਸ਼ਾਂਤੀ ਸੈਨਾ ਹੈ। ਪਰ ਭਾਰਤ ਦੀ ਸ਼ਾਂਤੀ ਸੈਨਾ ਨਹੀਂ ਸੀ। ਭਾਰਤੀ ਸ਼ਾਂਤੀ ਸੈਨਾ ਨੇ ਕੁਝ ਬੰਦੇ, ਸਾਰੇ ਨਹੀਂ, ਕੁਝ ਬੰਦੇ ਵਿੱਚ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੇ ਅੰਨਾਧੁੰਦ ਗੁੰਡਾਗਰਦੀ, ਬਲਾਤਕਾਰ, ਇਹੋ ਜਿਹੀਆਂ ਘਟਨਾਵਾਂ ਕੀਤੀਆਂ ਸਾਡੀਆਂ ਅੱਖਾਂ ਸਾਹਮਣੇ। ਬਹੁਤ ਕੁਝ ਹੋਇਆ, ਆਪਣੇ ਹੀ ਬੰਦੇ, ਆਪਣੇ ਹੀ ਫੌਜੀਆਂ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਬੜਾ ਕੁਝ ਕੀਤਾ। ਪਰ ਅਸੀਂ, ਸਾਡੀ ਜ਼ਮੀਰ ਇਜਾਜ਼ਤ ਨਹੀਂ ਸੀ ਦਿੰਦੀ ਇਹਨਾਂ ਗੱਲਾਂ ਨੂੰ। ਅਸੀਂ ਦੇਖ ਕੇ ਮਤਲਬ ਦੁਖੀ ਵੀ ਹੁੰਦੇ ਸੀਗੇ ਇਹ ਗੱਲਾਂ ਨੂੰ, ਕਿਉਂਕਿ ਸਾਡੇ ਸਾਹਮਣੇ ਇਧਰੋਂ ਪੰਜਾਬ ਦਾ ਵਰਤਾਰਾ ਸੀਗਾ, ਜਿਵੇਂ ਇਧਰ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ ਸੀਗਾ। ਜਿੰਦੇ ਜਾ ਕੇ ਸਾਨੂੰ ਗੱਲ ਅਸਲ ਦੇ ਵਿੱਚ ਥੋੜੀ ਜਿਹੀ ਉੱਥੇ ਸਮਝ ਆਈ ਵੀ ਜਦੋਂ ਇਧਰ ਪੰਜਾਬ ਦੇ ਵਿੱਚ ਘੱਟ ਗਿਣਤੀਆਂ ਨੂੰ ਦਬਾਇਆ ਜਾਂਦਾ, ਉਧਰ ਇੱਕ ਸ਼ਰਨਾਰਥੀ ਤੇ ਜਿਹੜੀ ਬਹੁ ਕੌਮੀ ਕੌਮ ਹੈਗੀ, ਤੇ ਜਿਹੜੀ ਸੀਗੀ ਤਾਮਲ, ਉਹ ਘੱਟ ਗਿਣਤੀ ਕੌਮ ਸੀ। ਉੱਥੇ ਤਾਮਲਾਂ ਦਾ ਯੁੱਧ ਚੱਲ ਰਿਹਾ ਸੀਗਾ ਵੀ ਸਾਨੂੰ, ਜਿਵੇਂ ਹੁਣ ਤਾਮਲ ਉਹਨਾਂ ਨੇ ਗ੍ਰੈਜੂਏਸ਼ਨ ਬੈਂਕ ਮੈਨੇਜਰ ਲੱਗਣ ਦੀ ਕੀਤੀ ਹੋਈ ਆ। ਤਾਮਲ ਹੀ ਜ਼ਿਆਦਾ ਸੀ, ਤਾਮਲ ਜ਼ਿਆਦਾ ਸੀਗੇ LTT ਦੇ ਵਿੱਚ, ਹਾਂ। ਤੇ ਉਹ ਗ੍ਰੈਜੂਏਸ਼ਨ ਉਹਨਾਂ ਦੀ ਕਰੀ ਹੋਈ ਸੀਗੀ ਬੈਂਕ ਮੈਨੇਜਰ ਲੱਗਣ ਦੀ, ਤੇ ਡਿਊਟੀ ਉਹਨਾਂ ਨੂੰ ਮਿਲਦੀ ਸੀਗੀ ਚੌਕੀਦਾਰ ਦੀ ਜਾਂ ਚਪੜਾਸੀ ਦੀ। ਇਹ ਬਹੁਤ ਵੱਡਾ ਵਿਤਕਰਾ ਸੀ ਉਹਨਾਂ ਦੇ ਨਾਲ। ਉਹ ਧੱਕੇ ਦੇ ਖਿਲਾਫ ਮਤਲਬ ਉਹ ਜਿਹੜਾ ਯੁੱਧ ਹੈ ਉੱਥੇ ਉਹ ਚੱਲ ਰਿਹਾ ਸੀਗਾ, ਕਿਉਂਕਿ ਸਾਨੂੰ ਉਸ ਤੋਂ ਬਾਅਦ ਜਾ ਕੇ ਜਿਹੜੇ ਸਾਡੇ ਨਾਲ, ਸਾਨੂੰ ਉਹਨਾਂ ਦੀ ਭਾਸ਼ਾ ਸਮਝਣ ਦੇ ਵਿੱਚ ਵੀ ਬਹੁਤ ਦਿੱਕਤ ਆਉਂਦੀ ਸੀਗੀ। ਸ੍ਰੀਲੰਕਾ ਦੀ ਭਾਸ਼ਾ ਜਿਹੜੀ ਉਹ ਮਤਲਬ ਤਾਮਲ ਹੈ ਜ਼ਿਆਦਾ, ਤੇ ਉਹਦੇ ਨਾਲ ਮਤਲਬ ਸਾਡੇ ਨਾਲ ਫਿਰ ਇੰਜੀਨੀਅਰ ਦੇ ਬੰਦੇ ਸੈੱਟ ਕਰੇ ਹੁੰਦੇ ਸੀਗੇ ਵੀ ਉਹ ਸਾਨੂੰ ਟਰਾਂਸਲੇਸ਼ਨ ਕਰਕੇ ਭਾਸ਼ਾ ਦੱਸਦੇ ਸੀਗੇ ਵੀ ਆਹ ਗੱਲ ਹੈ, ਆਹ ਬਾਤ ਇਹ ਹੋ ਰਿਹਾ। ਕਿਉਂਕਿ ਇਹ ਸਾਨੂੰ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਸੀਗੇ, ਸਰਚ ਕਰਦੇ ਸੀਗੇ, ਮਤਲਬ ਉੱਥੋਂ ਜਦੋਂ ਲੋਕਾਂ ਨਾਲ ਵਿਚਰਦੇ ਸੀਗੇ, ਉਹਨਾਂ ਨੂੰ ਅਸੀਂ ਪੁੱਛਦੇ ਅਸਲ ਦੇ ਵਿੱਚ, ਯਾਰ ਵੀ ਗੱਲ ਕੀ ਹੈ ਤੁਹਾਡੀ, ਕਿਉਂ ਤੁਸੀਂ ਇਹਨਾਂ ਨੇ ਮਤਲਬ ਹਥਿਆਰ ਚੱਕਿਆ ਸੀਗਾ। ਜ਼ਿਆਦਾਤਰ ਅਸੀਂ ਸਮਾਂ ਸ਼ਹਿਰਾਂ ਨਾਲੋਂ ਦੂਰ, ਜਿਹਨਾਂ ਦੀ ਜੰਗਲਾਂ ਦੇ ਵਿੱਚ ਇਹਨਾਂ ਦਾ ਪਿੱਛਾ ਵੱਧ ਕੀਤਾ ਸੀ LTT ਵਾਲਿਆਂ ਦਾ, ਕਿਉਂਕਿ ਜੰਗਲਾਂ ਦੇ ਵਿੱਚ ਜ਼ਿਆਦਾ ਉਹਨਾਂ ਦਾ ਮਤਲਬ ਸੀਗਾ ਬਸੇਬਾ, ਕੈਂਪ ਉਹਨਾਂ ਦੇ ਜੰਗਲਾਂ ਦੇ ਵਿੱਚ ਸੀਗੇ। ਤੇ ਜਦੋਂ ਕਿਤੇ ਐਂ ਬਾਹਰ ਸਾਨੂੰ ਫੀਲਡ ਦੇ ਵਿੱਚ ਆ ਕੇ ਇੱਧਰ ਪੀਸ ਦੇ ਵਿੱਚ ਮੌਕਾ ਮਿਲਦਾ ਸੀ, ਅਸੀਂ ਉਦੋਂ ਗੱਲਾਂ ਬਾਤਾਂ ਉਹਨਾਂ ਨਾਲ ਕਰ ਲੈਂਦੇ ਸੀਗੇ ਵੀ ਅਸਲ ਦੇ ਵਿੱਚ ਗੱਲ ਕੀ ਹੈ। ਕਿਉਂਕਿ ਉੱਥੋਂ ਸਾਨੂੰ ਸਾਰੀ ਕਹਾਣੀ ਦਾ ਪਤਾ ਲੱਗਿਆ ਵੀ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਹੈ, ਇਵੇਂ ਜਿਵੇਂ ਸ੍ਰੀਲੰਕਾ ਦੇ ਵਿੱਚ ਵੀ ਘੱਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਹੈ। ਤੇ ਸਾਡੀ ਜਿਹੜੀ ਫੌਜ ਉੱਥੇ ਸ਼ਾਂਤੀ ਸੈਨਾ ਬਣਾ ਕੇ ਵਿੱਚ ਭੇਜੀ ਸੀਗੀ, ਉਹ ਸ਼ਾਂਤੀ ਸੈਨਾ ਨੇ, ਮੈਂ ਕਹਿੰਦਾ ਵੀ ਉੱਥੇ ਗੁੰਡਾਗਰਦੀ ਵੱਧ ਕੀਤੀ ਹੈ। ਕਿਉਂਕਿ ਸਾਡੀ ਤਾਂ ਅੱਖੀਂ ਦੇਖਿਆ ਹਾਲ ਉਹ। ਅਸੀਂ ਉੱਥੇ 3 ਜ਼ਿਲ੍ਹਿਆਂ 'ਚ ਰਹੇ ਹਾਂ, ਟ੍ਰਿੰਕੋਮਲੀ, ਜਾਫਨਾ, ਬਮੂਨੀਆਂ, ਇਹ 3 ਜ਼ਿਲ੍ਹੇ ਸੀਗੇ ਇਹਨਾਂ ਦੇ। ਇਹ ਤਿੰਨੇ ਜ਼ਿਲ੍ਹਿਆਂ ਦੇ ਵਿੱਚ ਮਤਲਬ ਇਹਨਾਂ ਦਾ ਸੀਗਾ, ਚੱਲਦਾ ਸੀਗਾ ਜਿਹੜਾ ਸੰਘਰਸ਼। ਤੇ ਤਿੰਨੇ ਜ਼ਿਲ੍ਹੇ ਹੀ ਇਹ ਮੰਗ ਰਹੇ ਸੀਗੇ ਤਾਮਲ, ਕਹਿੰਦੇ ਵੀ ਸਾਨੂੰ 3 ਜ਼ਿਲ੍ਹੇ ਦੇ ਦਿਓ, ਇਹ ਅਸੀਂ 3 ਜ਼ਿਲ੍ਹਿਆਂ 'ਚ ਆਪਦੀ ਸਰਕਾਰ ਬਣਾਈਏ, ਆਪਦਾ ਮੁੱਖ ਮੰਤਰੀ ਬਣਾਈਏ, ਜੋ ਵੀ ਮਤਲਬ ਸਾਡੀ ਚੱਲੇ ਇੱਥੇ। ਉਹ ਬਖਰੇਮਾ ਤੁਹਾਨੂੰ ਇਹ ਦੱਸਤਾ ਵੀ ਉਹਨਾਂ ਨਾਲ ਹੋ ਰਿਹਾ ਸੀ ਵਿਤਕਰਾ, ਧੱਕਾ, ਉਹ ਧੱਕੇ ਦੇ ਖਿਲਾਫ ਲੜ ਰਹੇ ਸੀਗੇ। ਉਹ ਤੋਂ ਬਾਅਦ ਜਿਹੜੀ ਸਾਡੇ ਨਾਲ ਜਿਹੜੀ ਮਤਲਬ ਘਟਨਾ ਵਾਪਰੀ, ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਸਾਬਕਾ ਫੌਜੀ ਇਹ ਪੈਨਸ਼ਨ ਲੈ ਕੇ ਆਇਆ ਹੋਊਗਾ, ਪਰ ਨਹੀਂ, ਪਰ ਅਸੀਂ ਉਸ ਦੁਖਾਂਤ ਦੇ ਸ਼ਿਕਾਰ ਹੋਏ ਹਾਂ ਸ੍ਰੀਲੰਕਾ ਦੇ। ਉੱਥੇ ਸਾਡੀ ਰਾਤ ਨੂੰ ਡਿਊਟੀ ਲੱਗੀ ਹੋਈ ਸੀ, ਕਿਉਂਕਿ ਜਿੰਨੀ ਫੌਜ ਨੇ ਉੱਥੇ ਅੰਨਾਧੁੰਦ ਲੁੱਟ ਮਚਾਈ, ਅੰਨਾਧੁੰਦ ਉੱਥੇ ਦਹਿਸ਼ਤ, ਕੁੱਟਮਾਰ, ਮਤਲਬ ਜਿਹੜਾ ਦਹਿਸ਼ਤ ਪਾਈ ਹੋਈ ਸੀ ਲੋਕਾਂ ਦੇ। ਐਂ ਰਾਤ ਨੂੰ ਅਸੀਂ ਸੰਤਰੀ ਖੜ੍ਹੇ ਸੀਗੇ, ਸੰਤਰੀ ਤੋਂ 2 ਮੁੰਡੇ ਭੱਜ ਕੇ ਦੇਖ ਕੇ, ਚਲੋ ਅਸੀਂ ਫਾਇਰ ਫੂਰ ਕੀਤਾ ਉਹਨਾਂ ਦੇ ਪਿੱਛੇ, ਵੀ ਸਾਨੂੰ ਲੱਗਿਆ ਵੀ ਉਹਦਾ ਹਥਿਆਰ ਨਾ ਹੋਣ ਉਹਨਾਂ ਕੋਲੇ ਸੀ, ਉਹ ਸਟੂਡੈਂਟ, ਤੇ ਚਲੋ ਸ਼ਰਲੇ ਸੁਰਲੇ ਹੀ ਵੱਜ ਗਏ ਸੀ ਉਹਨਾਂ ਦੇ ਘਰੇ। ਜਦੋਂ ਜਾ ਕੇ ਅਸੀਂ ਉਹਨਾਂ ਨਾਲ ਸਾਰੀ ਗੱਲਬਾਤ ਕਰੀ ਉੱਥੇ,
ਉਹ ਸਾਨੂੰ ਉਹਨਾਂ ਨੇ ਆ ਕੇ ਦੱਸਿਆ ਜਿਹੜਾ ਸਾਡੇ ਨਾਲ ਇੰਜੀਨੀਅਰ ਦਾ ਸੀ ਵੀ ਐਂ ਕਰਕੇ ਵੀ ਇਹ ਬੰਦੇ ਤਾਂ ਦੂਜੇ ਹੀ ਆ ਮੁੰਡੇ, ਵੀ ਛੋਟੀ ਉਮਰ ਦੇ ਮੁੰਡੇ ਸੀਗੇ। ਇੱਕ BA ਪਾਰਟ 1 ਦਾ ਵਿਦਿਆਰਥੀ ਸੀਗਾ, ਇੱਕ ਮੇਰੇ ਖਿਆਲ 'ਚ ਇਹੋ ਜੀ ਕੋਈ ਹੋਰ ਉਹਦੀ ਉੱਚ ਸਿੱਖਿਆ ਕੀਤੀ ਹੋਈ ਸੀਗੀ ਬੱਚੇ ਦੀ, ਉਹ ਆਪਸ ਵਿੱਚ ਰਿਸ਼ਤੇਦਾਰ ਸੀਗੇ। ਉਹ ਆਏ ਸੀ ਕਿਤੇ ਟਹਿਲਣ, ਜਦੋਂ ਸਾਡਾ ਦੇਖ ਲਿਆ ਉਹਨਾਂ ਨੇ ਮੋਰਚਾ, ਉਹ ਡਰਦੇ ਭੱਜ ਗਏ। ਅਸੀਂ ਫਾਇਰ ਕੀਤਾ, ਸ਼ਰਲੇ ਵੱਜ ਗਏ। ਅਸੀਂ ਜਾ ਕੇ ਲਿਆਂਦੇ ਉਹਨਾਂ ਨੂੰ, ਕੈਂਪ 'ਚ ਲੈ ਕੇ ਆਏ। ਕੈਂਪ ਦੇ ਵਿੱਚ ਲਿਆਉਣ ਤੋਂ ਬਾਅਦ ਉੱਥੇ ਸਾਨੂੰ ਜਿਹੜੀ ਇੱਕ ਹੋਰ ਸਾਡਾ ਹਿਰਦਾ ਜਿਹੜਾ ਬਲੁੰਦਰਿਆ ਗਿਆ, ਕਿਉਂਕਿ ਜਿਹੜਾ ਦਿਖਾਂਤ ਕੋਈ ਕਿਸੇ ਬੰਦੇ ਨੇ ਕੋਈ ਵਾਪਰਿਆ ਹੋਵੇ ਜਾਂ ਝੱਲਿਆ ਹੋਵੇ, ਉਹ ਬੰਦਾ ਉਹ ਗੱਲਾਂ ਨੂੰ ਸੋਚਦਾ। ਜਦੋਂ ਆ ਕੇ ਅਸੀਂ ਉਹਨਾਂ ਨੂੰ ਲਿਆ ਕੇ ਸਾਡੇ ਜਿਹੜਾ ਅਫਸਰ ਸੀਗਾ ਮਨਜੀਤ ਸਿੰਘ ਚਹਿਲ ਸੰਗਰੂਰ ਦਾ ਕੈਪਟਨ, ਉਹ ਕਹਿੰਦਾ ਵੀ ਆਪਣੇ ਬਲਵਿੰਦਰ ਸਿੰਘ ਨੇ 2 ਮੁੰਡੇ ਕੱਲ੍ਹ ਮਾਰਤੇ ਮੁਕਾਬਲੇ 'ਚ, ਤੇ ਇਹਨਾਂ ਦੋਨਾਂ ਨੂੰ ਮਾਰ ਦਿਓ। ਸਾਨੂੰ ਮਤਲਬ ਇਹ ਸੁਣ ਕੇ ਸਾਡੇ ਪੈਰਾਂ 'ਚੋਂ ਜ਼ਮੀਨ ਨਿਕਲ ਗਈ ਯਾਰ। ਇੱਕ ਪੁਲਿਸ ਅਫਸਰ ਵੀ ਯਾਰ ਇਹੋ ਜਿਹਾ ਧੱਕਾ ਕਰਨ ਲਈ ਕਹਿ ਰਿਹਾ, ਵੀ ਨਾਲੇ ਕਹਿੰਦੇ ਵੀ ਫੌਜ 'ਚ ਪਾਰਦਰਸ਼ਤਾ ਹੁੰਦੀ ਹੈ, ਕਿਉਂਕਿ ਸਾਡੀ ਵੀ ਨੌਕਰੀ ਉਦੋਂ ਥੋੜ੍ਹੀ ਸੀ, ਸਾਡੀ 3-4 ਸਾਲ ਦੀ ਨੌਕਰੀ ਸੀਗੀ। 85 'ਚ ਭਰਤੀ ਹੋਈ ਸੀ, 87 'ਚ ਅਸੀਂ ਉੱਥੇ ਵਗ ਗਏ। ਪਰ ਇਹੋ ਜਿਹਾ ਮਤਲਬ ਜਿਹੜਾ ਕੰਮ ਕਰਨ ਵਾਸਤੇ ਜਦੋਂ ਸਾਨੂੰ ਕਿਹਾ, ਅਸੀਂ ਉਹਨਾਂ ਨੂੰ ਰਤਨ ਜੀ ਜਵਾਬ ਦਿੱਤਾ ਵੀ ਅਸੀਂ ਆਖਿਆ ਵੀ ਦੇਖੋ ਇਹਨਾਂ ਦਾ ਕਸੂਰ ਕੋਈ ਨਹੀਂ, ਵੀ ਅਸੀਂ ਇਹਨਾਂ ਦਾ ਕੋਈ ਜਿਹੜਾ ਆਹ ਐਨਕਾਊਂਟਰ ਜਾਂ ਝੂਠਾ ਮੁਕਾਬਲਾ ਜਿਹੜਾ ਉਹ ਅਸੀਂ ਨਹੀਂ ਬਣਾ ਸਕਦੇ। ਤੇ ਅਫਸਰ ਨੂੰ ਜਵਾਬ ਦਿੱਤਾ, ਅਸੀਂ ਜਵਾਬ ਦਿੱਤਾ। ਉਹ ਕਹਿੰਦਾ ਵੀ ਸਾਡੇ ਨਾਲ ਜਿਹੜੇ ਹੋਰ ਸੀ ਬੰਦੇ ਇੱਧਰ ਦੇ ਸੀਗੇ ਅੰਮ੍ਰਿਤਸਰ ਕੰਨੀ ਦੇ, ਉਹ ਕਹਿੰਦੇ ਜੇ ਇਹ ਨਹੀਂ ਬਣਾਉਂਦੇ ਤਾਂ ਅਸੀਂ ਬਣਾ ਲਿਆਵਾਂਗੇ। ਸਾਨੂੰ ਉਦੋਂ ਹੈਰਾਨਗੀ ਇਹ ਗੱਲ ਦੀ ਹੋਈ, ਕਿਉਂਕਿ ਸਾਡਾ ਆਪਣਾ ਬਠਿੰਡਾ ਜ਼ਿਲ੍ਹਾ ਹੈ, ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵਿੱਚ, ਮਾਝੇ ਦੇ ਵਿੱਚ ਇਹ ਟ੍ਰੈਂਡ ਜ਼ਿਆਦਾ ਸੀਗਾ ਝੂਠੇ ਪੁਲਿਸ ਮੁਕਾਬਲਿਆਂ ਦਾ। ਮਤਲਬ ਉਹਨਾਂ ਜਦੋਂ ਬੰਦਿਆਂ ਨੇ ਕਿਹਾ ਵੀ ਅਸੀਂ ਬਣਾ ਦਿੰਦੇ ਹਾਂ, ਸਾਨੂੰ ਸੱਚੀਓ ਅੰਦਰੋਂ ਮਤਲਬ ਡਰ ਹੋ ਗਿਆ ਵੀ ਇਹ ਜਾਂ ਸੱਚੀਓ ਇਹ ਬੰਦਿਆਂ ਨੂੰ ਮਾਰ ਦੇਣਗੇ, ਵੀ ਹੋਵੇ ਨਾ ਤਾਂ ਯਾਰ ਆਪਾਂ ਹੀ ਕਹਿ ਦਿੰਦੇ ਹਾਂ ਵੀ ਠੀਕ ਆ ਯਾਰ ਅਸੀਂ ਲੈ ਕੇ ਚੱਲਦੇ ਜੀ, ਅਸੀਂ ਮਾਰਾਂਗੇ, ਅਸੀਂ ਫੜੇ ਆ। ਅਸੀਂ ਉਹਨੂੰ ਅਫਸਰ ਨੂੰ ਆਖਿਆ ਵੀ ਅਸੀਂ ਆਖਿਆ ਵੀ ਕਿਉਂਕਿ ਉੱਥੇ ਨਾ ਤਾਂ ਕਿਸੇ ਦੇ ਗਰਾਊਂਡ ਲੱਗਿਆ ਸੀਗਾ, ਨਾ ਕਿਸੇ ਦੇ ਮੋਢੇ ਤੇ ਫੀਤੀ ਸੀ, ਇੱਕ ਰੈਂਕ ਬਰਾਬਰ ਸੀਗਾ ਸਿਪਾਹੀ ਸਾਰਿਆਂ ਦੇ, ਕਿਉਂਕਿ ਕੋਈ ਨਹੀਂ ਸੀ ਉੱਥੇ ਆਏ ਵੀ ਇਹ ਉੱਚ ਅਫਸਰ ਹੈ ਜਾਂ ਕੀ ਹੈ, ਸਭ ਬਰਾਬਰ ਤਾਂ ਸੀ ਉੱਥੇ। ਅਸੀਂ ਉਹਨੂੰ ਆਖਿਆ ਵੀ ਅਸੀਂ ਇਹਨਾਂ ਦਾ ਜੀ ਐਨਕਾਊਂਟਰ ਕਰਾਂਗੇ, ਅਸੀਂ ਲੈ ਜਾਵਾਂਗੇ। ਜਦੋਂ ਅਸੀਂ ਉਹਨਾਂ ਨੂੰ ਆਰਸੀਐਲ ਜੀਪ ਦੇ ਵਿੱਚ ਬਹਾ ਕੇ ਉੱਥੋਂ ਲੈ ਕੇ ਗਏ, ਨਾਰੀਅਲਾਂ ਦਾ ਬਾਗ ਸੀਗਾ ਬਹੁਤ ਸੰਘਣਾ, ਤੇ ਅਸੀਂ ਉਹਨੂੰ ਉੱਥੇ ਲਿਜਾ ਕੇ ਮਤਲਬ ਰੋਕ ਲਈ ਗੱਡੀ ਆਪਦੀ। ਕਿੰਨੇ ਜਣੇ ਸੀ? ਅਸੀਂ 3 ਜਣੇ ਸੀ, 4 ਜਣੇ, 2 ਡਰਾਈਵਰ, 3 ਅਸੀਂ, 2 ਮੁੰਡੇ ਸੀ, 2 ਮੁੰਡੇ ਸੀਗੇ। ਅਸੀਂ ਜਦੋਂ ਜਾ ਕੇ ਉੱਥੇ ਰੋਕ ਲਈ, ਅਸੀਂ ਆਪਦੀਆਂ ਪੱਗਾਂ ਪੁੱਗਾਂ ਪਾੜ ਕੇ ਤੇ ਡਰਾਮਾ ਕਰਨ ਲੱਗ ਗਏ ਉੱਥੇ ਵੀ ਇਹਨਾਂ ਦੇ ਹੱਥ ਬੰਨੀਏ। ਤੁਹਾਡੇ ਸਾਥੀ ਵੀ ਪੰਜਾਬੀ ਸੀ? ਸਾਡੇ ਸਾਥੀ ਵੀ ਪੰਜਾਬੀ ਸੀ। ਤਿੰਨੇ ਹੀ ਨਹੀਂ ਅਸੀਂ ਮਾਰਨਾ ਚਾਹੁੰਦੇ ਸੀ ਅਸਲ ਦੇ ਵਿੱਚ। ਇੱਕ ਕਕਰਾਲੇ ਤੋਂ ਸੀ ਮੁੰਡਾ, ਇੱਕ ਠੱਕਰਾਲ ਤੋਂ ਸੀਗਾ। ਅਸੀਂ ਤਿੰਨੇ ਹੀ ਨਹੀਂ ਮਤਲਬ ਮਾਰਨਾ ਚਾਹੁੰਦੇ ਸੀ ਇਹਨਾਂ ਨੂੰ, ਤੇ ਨਾ ਸੌਰੀ ਜਮਨਾ ਨਗਰ ਤੋਂ। ਤੇ ਅਸੀਂ ਤਿੰਨੇ, ਸਾਡਾ ਤਿੰਨਾਂ ਦਾ ਮਨ ਇਹ ਬਣਾਇਆ ਹੋਇਆ ਸੀ ਯਾਰ ਵੀ ਆਪਾਂ ਇਹਨਾਂ ਨੂੰ ਮਾਰਨਾ ਨਹੀਂ ਹੈ। ਚਲੋ ਉਸ ਤੋਂ ਬਾਅਦ ਕੀ ਹੋਇਆ ਜੀ, ਅਸੀਂ ਜਦੋਂ ਉਹਨਾਂ ਨੂੰ ਆਖਿਆ ਵੀ ਪੋਪੋ, ਉਹਨਾਂ ਦੀ ਭਾਸ਼ਾ ਜੀ ਪੋਪੋ ਦਾ ਮਤਲਬ ਵੀ ਭਾਜੋ, ਵੀ ਜਾਓ। ਉਹਨਾਂ ਨੂੰ ਇਹ ਸੀਗਾ ਵੀ ਸਾਨੂੰ ਇਹ ਭਜਾ ਕੇ ਗੋਲੀ ਮਾਰਨਗੇ, ਜਿਵੇਂ ਮਤਲਬ ਆਪਣੇ ਚੱਲਦਾ ਹੀ ਆਮ ਵੀ ਭਜਾ ਲਓ, ਭਜਾ ਕੇ ਗੋਲੀ ਮਾਰ ਦਿਓ। ਉਹ ਕਹਿੰਦੇ ਵੀ ਉਹ ਸਿਰ ਮਾਰੀ ਜਾਂਦੇ ਸੀ, ਕੋਈ ਸਾਡੀ ਭਾਸ਼ਾ ਉਹਨਾਂ ਦੀ ਸਮਝ ਨਹੀਂ ਆਉਂਦੀ, ਉਹਨਾਂ ਦੀ ਅਸੀਂ ਨਹੀਂ ਸਮਝਦੇ ਜੀ। ਬਸ 2 ਗੱਲਾਂ ਜਾਣਦੇ ਸੀ, ਇੱਕ ਤਾਂ ਇੰਗੇਬਾ ਵੀ ਉਰੇ ਆ, ਇੱਕ ਪੋਪੋ ਵੀ ਵਗ ਜਾ, ਬਸ 2 ਗੱਲਾਂ ਹੀ ਸਾਨੂੰ ਪਤਾ ਵੀ ਆਹ ਸੀਗਾ ਸਾਡੇ ਕੋਲੇ। ਜਦੋਂ ਇਹਨੂੰ 2-3 ਵਾਰੀ ਅਸੀਂ ਕੀ ਕੀਤਾ ਨਾ, ਅਖੀਰ ਦੇ ਵਿੱਚ ਇਹਨਾਂ ਨੂੰ ਮੈਂ ਤਸੱਲੀ ਦਵਾਓ ਯਾਰ ਇਹ ਬੰਦੇ ਨਾਲ ਡਰਦੇ ਆ, ਮੁੰਡੇ ਇਹਨਾਂ ਨੂੰ ਆਏ ਵੀ ਭਜਾ ਕੇ ਮਾਰਨਗੇ। ਅਸੀਂ ਆਪਦੀਆਂ ਰਫਲਾਂ ਆਰਸੀਐਲ ਜੀਪ ਦੇ ਵਿੱਚ ਰੱਖਦੀਆਂ, SLR ਰਫਲਾਂ ਆਰਸੀਐਲ ਜੀਪ ਦੇ ਵਿੱਚ ਰੱਖ ਕੇ ਅਸੀਂ ਉਹਨਾਂ ਨੂੰ ਕਹਿੰਦਾ ਵੀ ਭਾਜੋ, ਉਹਨੂੰ ਕੁਝ ਨਹੀਂ ਕਹਿੰਦੇ ਅਸੀਂ। ਚਲੋ ਫਿਰ ਉਹਨਾਂ ਦਾ ਮਤਲਬ ਇਹ ਬਣ ਗਿਆ ਵੀ ਇਹ ਸਾਨੂੰ ਛੱਡਣਾ ਚਾਹੁੰਦੇ। ਯਕੀਨ ਹੋ ਗਿਆ ਉਹਨਾਂ ਨੂੰ? ਹਾਂ, ਯਕੀਨ ਹੋ ਗਿਆ। ਫਿਰ ਵੀ ਉਹ ਥੋੜਾ ਜਿਹਾ ਭੱਜ ਲਿਆ ਕਰਨ, ਦੇਖ ਲਿਆ ਕਰਨ ਪਿੱਛੇ ਮੁੜ ਕੇ ਵੀ ਗੋਲੀ ਤਾਂ ਨਹੀਂ ਚਲਾਉਂਦੇ। ਜਦੋਂ ਸਾਨੂੰ ਐ ਹੋ ਗਿਆ ਵੀ ਸਾਡੀ ਮਾਰ ਚੋਂ ਵਾਹਵਾ ਨਿਕਲ ਗਏ, ਜਿਵੇਂ ਮਤਲਬ 4 ਕਿੱਲਿਆਂ ਦੀ ਬਾਹੀ ਵਗ ਗਏ, ਦਸਣੋਂ ਜੇ ਹਟ ਗਏ, ਸਾਨੂੰ ਨਾਰੀਅਲਾਂ ਦਾ ਬਾਗ ਸੀ। ਉਸ ਤੋਂ ਬਾਅਦ ਫਿਰ ਅਸੀਂ ਰਾਵਲਾਂ ਚੱਕ ਕੇ ਉੱਥੇ ਜਿਹਨਾਂ ਦੀ ਫਾਇਰ ਫੂਰ ਕੀਤੇ ਆਪਦੇ, 200 ਗੋਲੀਆਂ ਸੀਗੀਆਂ ਸਾਡੇ ਕੋਲੇ, ਕੱਢਤੀਆਂ ਸੀ। ਉਸ ਤੋਂ ਬਾਅਦ ਜਦੋਂ ਅਸੀਂ ਆ ਕੇ ਉੱਥੇ ਅਫਸਰ ਆ ਗਿਆ ਸਾਡਾ, ਉਹ ਕਹਿੰਦਾ ਵੀ ਕਿੱਥੇ ਇਹਨਾਂ ਦੀਆਂ ਡੈਡ ਬਾਡੀਆਂ। ਅਸੀਂ ਆਖਿਆ ਜੀ ਉਹ ਤਾਂ ਭੱਜ ਗਏ। ਉਹ ਸਾਨੂੰ ਉਹਨੇ ਪਹਿਲਾਂ ਹੀ ਕਿਹਾ, ਹੁਣ ਸਾਰੇ ਕਹਿੰਦਾ ਭੱਜੇ ਨਹੀਂ, ਤੁਸੀਂ ਭਜਾਏ ਆ। ਮੈਂ ਕਿਹਾ ਜੀ ਨਹੀਂ, ਅਸੀਂ ਦੇਖ ਲਓ ਸਾਡੀਆਂ ਪੱਗਾਂ ਪਾਟੀਆਂ ਵੀਆਂ, ਅਸੀਂ ਤਾਂ ਉਹਨਾਂ ਨੂੰ ਬੰਨਣ ਲੱਗੇ ਸੀਗੇ। ਜਦੋਂ ਬੰਨਣ ਲੱਗੇ ਸਾਨੂੰ ਧੱਕਾ ਦੇ ਗਿਆ, ਨਾਰੀਅਲਾਂ ਦੇ ਬਾਗ 'ਚ ਵੜ ਕੇ। ਇਹ ਗਾਹਾਂ ਮਤਲਬ ਨਾਲ ਜੰਗਲ ਹੈ, ਉਦੋਂ ਪਰੇ ਸਮੁੰਦਰ ਸੀਗਾ ਨਾਲ ਜੀ। ਅੱਛਾ, ਸਾਨੂੰ ਤਾਂ ਹੁਣ ਇਹਦਾ ਕੀ ਉਹ ਹੈ। ਜਦੋਂ ਉਹਨੇ 2-3 ਵਾਰੀ ਕਿਹਾ, ਕਹਿੰਦਾ ਯਾਰ ਤੁਸੀਂ ਭਜਾਏ ਆ। ਅਸੀਂ ਕਿਹਾ ਯਾਰ ਭਜਾਏ ਤਾਂ ਭਜਾਏ ਸੀ, ਫਿਰ ਸਾਤੋਂ ਤਾਂ ਨੱਕੇ ਤਾਂ ਮਾਰੇ ਨਹੀਂ ਜਾਂਦੇ। ਅਸੀਂ ਕਹਿਤਾ, ਫਿਰ ਉਹਨੂੰ ਕਹੀਤੀ ਗੱਲ ਇਹ। ਉਸ ਤੋਂ ਬਾਅਦ ਦੇ ਵਿੱਚ ਸਾਨੂੰ ਕਹਿੰਦਾ ਵੀ ਤੁਸੀਂ ਰਫਲਾਂ ਫੜਾਓ ਸਾਨੂੰ। ਅਸੀਂ ਆਖਿਆ ਵੀ ਉਹ ਕਿਉਂ? ਕਹਿੰਦਾ ਵੀ ਗੱਡੀ ਦੇ ਮੂਹਰੇ ਭੱਜੋ। ਅਸੀਂ ਉਹਨੂੰ ਇਹ ਵੀ ਕਿਹਾ ਵੀ ਤੇਰੇ ਪਿਓ ਦਾ ਰਾਜ ਹੈ, ਜਿੱਥੇ ਤੂੰ ਹੈ ਉੱਥੇ ਅਸੀਂ ਹੈ। ਜੇ ਤੈਨੂੰ ਮਤਲਬ ਤੂੰ ਸਾਡੀਆਂ ਰਫਲਾਂ ਲਿਖਾ ਕੇ ਇਹਦੇ 'ਚ ਰੱਖਦਾ, ਸਾਨੂੰ ਮੂਹਰੇ ਭਜਾਉਣਾ, ਸਾਨੂੰ ਕਿਸੇ ਨੇ ਮਾਰਤਾ। ਅਫਸਰ ਕਿੱਥੋਂ? ਆਪਣਾ ਪੰਜਾਬੀ ਅਫਸਰ ਮਨਜੀਤ ਸਿੰਘ ਚਹਿਲ ਸੰਗਰੂਰ ਦਾ। ਅੱਛਾ ਜੀ। ਕਹਿੰਦਾ ਵੀ ਅਸੀਂ ਆਖਿਆ ਉਹਨੂੰ ਵੀ ਪਤਾ ਲੱਗ ਗਿਆ। ਮੈਂ ਫਿਰ ਥੋੜਾ ਜਿਹਾ
ਗਰਮ ਖਿਆਲਾਂ ਦਾ ਕਰਕੇ ਮੈਂ ਉਹ ਦੂਜੇ ਮੁੰਡੇ ਨੂੰ ਇਸ਼ਾਰਾ ਜਿਹਾ ਕੀਤਾ, ਮੈਂ ਕਿਹਾ ਯਾਰ ਆਪਾਂ ਇਹਦਾ ਉਹ ਗੱਜਤ ਕਰ ਦਿੰਦੇ ਆ, ਆਪਾਂ ਬਚ ਜਾਾਂਗੇ। ਹਾਂ, ਇੱਥੋਂ ਤੱਕ ਗੱਲ ਪਹੁੰਚ ਗਈ ਸਾਡੀ। ਹਾਂ, ਉਹ ਕਹਿੰਦਾ ਨਹੀਂ ਯਾਰ, ਕਹਿੰਦਾ ਪੰਜਾਬੀ ਹੈਗਾ ਯਾਰ, ਇਹਨੇ ਆਪਾਂ ਨੂੰ ਕੀ ਕਰਨਾ ਵੀ ਸਾਡੇ ਭਰੇ। ਤੇ ਚਲੋ ਉਹਨਾਂ ਨੇ ਜਦੋਂ ਨਾ ਜੀ ਕਰਤੀ, ਮੇਰਾ ਵੀ ਨਾ ਦਿਲ ਪਿਆ। ਗੱਲ ਤਾਂ ਉਹੀ ਹੈ ਨਾ, ਗੱਲ ਉੱਥੇ ਆ ਜ਼ਮੀਰ ਜਾਗਣ ਦੀ। ਹਾਂ। ਉਹ ਜਦੋਂ ਹੋ ਗਏ, ਮੈਨੂੰ ਵੀ ਉਹ ਹੋ ਗਿਆ। ਚਲੋ ਉਹ ਵੀ ਸਮਝ ਗਿਆ ਵੀ ਇੱਥੇ ਇਹਨਾਂ ਨੇ ਮੇਰਾ ਐਨਕਾਊਂਟਰ ਕਰਤਾ, ਵੀ ਪੁੱਛਣਾ ਕਿਸੇ ਨੇ ਨਹੀਂ ਪੁੱਛਣਾ। ਉਹ ਕਹਿੰਦਾ ਠੀਕ ਆ, ਤੁਸੀਂ ਗੱਡੀਆਂ 'ਚ ਬੈਠੋ ਤੇ ਜਾਓ। ਉੱਥੇ ਰਤਨ ਜੀ ਅਸੀਂ ਆ ਗਏ ਕੈਂਪ 'ਚ ਆ ਕੇ ਸਾਨੂੰ AK ਚੱਟਰ ਜੀ ਸੀਗਾ ਸਾਡਾ CO, ਉਹਦੇ ਕੋਲੇ ਜਦੋਂ ਲੈ ਕੇ ਗਏ, ਉਹ ਕਹਿੰਦੇ ਵੀ ਕੀ ਗੱਲ ਹੋਈ ਆ? ਸ਼ੇਖਾ ਵੀ ਆਹ ਗੱਲ ਹੋਈ ਆ ਜੀ। ਕਹਿੰਦਾ ਵੀ ਬੰਦੇ ਭੱਜੇ ਕਿਵੇਂ? ਮੈਂ ਕਿਹਾ ਜੀ ਸ਼ਰਾਬ ਪੀ ਲਈ। ਕਹਿੰਦਾ ਵੀ ਤੁਸੀਂ ਸ਼ਰਾਬ ਕਿਉਂ ਪੀਤੀ? ਮੈਂ ਕਿਹਾ ਜੀ ਹੋਰ ਕੀ ਕਰੀਏ, 12 ਮਹੀਨੇ ਤਾਂ ਹੋ ਗਏ ਸਾਨੂੰ ਛੁੱਟੀ ਗਿਆ ਨੂੰ, ਇੱਥੇ ਸਾਨੂੰ ਕੋਈ ਹੋਈ ਨਹੀਂ ਗਾ, ਕੋਈ ਗੋਲੀਆਂ 'ਚ ਤੁਰੇ ਫਿਰਦੇ ਆ ਸਾਰਾ ਦਿਨ, ਇੱਧਰ ਪਾ ਕੇ ਫਿਰ ਤਾਂ ਪੀਣੀ ਸੀਗੀ, ਪੀ ਲਈ ਸ਼ਰਾਬ, ਪੀ ਲਈ, ਸਾਨੂੰ ਧੱਕਾ ਮਾਰਿਆ, ਭੱਜ ਗਏ, ਉਹ ਅਸੀਂ ਸ਼ਰਾਬੀ ਸੀਗੇ, ਨਿਕਲ ਗਏ। ਉਹ ਤੁਸੀਂ ਝੂਠ ਮਾਰਿਆ ਸੀ ਉੱਥੇ। ਉਹ ਕਹਿੰਦਾ ਕੋਈ ਗੱਲ ਨਹੀਂ। ਦੇਖੋ ਚੱਟਰੇ ਉਹਨੇ ਇਹ ਗੱਲ ਕਹੀ ਵੀ ਕਹਿੰਦਾ ਕੋਈ ਗੱਲ ਨਹੀਂ, ਜਾਓ ਡਿਊਟੀ ਕਰੋ ਤੁਸੀਂ ਆਪਦੀ। ਚਲ ਉੱਥੋਂ ਅਸੀਂ ਆ ਗਏ, ਸਾਨੂੰ ਉੱਥੋਂ ਕੋਈ ਨਹੀਂ, ਮਤਲਬ ਉਦੋਂ ਬਾਅਦ ਅਸੀਂ ਛੁੱਟੀ ਕੱਟ ਕੇ ਵੀ ਗਏ, ਕੋਈ ਕਿਸੇ ਨੇ ਸਾਨੂੰ ਉੱਥੇ ਇਹ ਨਹੀਂ ਕਿਹਾ ਵੀ ਕੀ ਗੱਲ ਹੈ ਕੀ ਨਾ। ਜਦੋਂ ਸਾਡੀ ਰੈਜੀਮੈਂਟ ਉੱਥੋਂ ਆ ਗਈ ਇੱਥੇ ਗੰਗਾ ਨਗਰ ਆ ਕੇ ਸਾਨੂੰ ਤਿੰਨਾਂ ਦੀ ਚਾਰਜਸ਼ੀਟ ਕਰਤੀ ਇਹਨਾਂ ਨੇ, ਉਸੇ ਗੱਲ ਨੂੰ ਲੈ ਕੇ। ਵੀ ਆਰਡਰ ਨਹੀਂ, ਵੀ ਸਾਡਾ ਇਹਨਾਂ ਨੇ ਹੁਕਮਦੂਲੀ ਕੀਤੀ ਹੈ। ਇੱਥੇ ਸੀਗਾ KS ਗੁਲੀਆ CO ਸਾਡਾ। ਜਦੋਂ ਅਸੀਂ ਉਹਦੇ ਪੇਸ਼ ਹੋਏ, ਉਹ ਕਹਿੰਦਾ ਵੀ ਤੁਸੀਂ ਹੁਕਮਦੂਲੀ ਕੀਤੀ ਆ। ਸਾਨੂੰ ਪਤਾ ਲੱਗ ਗਿਆ ਸੀਗਾ ਵੀ ਸਾਨੂੰ ਇਹ ਹੁਣ ਮਤਲਬ ਵੀ ਡਿਸਮਿਸ ਕਰਨਗੇ, ਜਿਹੜੇ ਹਿਸਾਬ ਨਾਲ ਇੱਥੇ ਆ ਕੇ ਚਾਰਜਸ਼ੀਟ ਕਰੀਏ, ਵੀ ਉੱਥੇ ਦਾ ਬੋਲੇ ਨਹੀਂ, ਉੱਥੇ ਦਾ ਪਤਾ ਸੀ ਇਹਨਾਂ ਨੂੰ ਵੀ ਜੇ ਇੱਥੇ ਬੋਲੇ ਦਾ ਕੀ ਪਤਾ ਕੀ ਹੋ ਜਾਣਾ। ਜਦੋਂ ਆ ਕੇ ਇੱਥੇ ਚਾਰਜਸ਼ੀਟ ਕੀਤੀ, ਸਾਡੇ ਮਨ 'ਚ ਉਦੋਂ ਉਹ ਚੀਜ਼ ਦਾ ਪਛਤਾਵਾ ਆਇਆ ਵੀ ਉਹ ਮਨਜੀਤ ਸਿੰਘ ਚਹਿਲ ਨੂੰ ਜੇ ਬਖਸ਼ਿਆ ਤਾਂ ਚਾਰਜਸ਼ੀਟ ਹੋਈ ਆਪਣੀ, ਜੇ ਨਾ ਅਸੀਂ ਉਹ ਕਰਦੇ ਮਤਲਬ ਅਸੀਂ ਵੀ ਪੈਨਸ਼ਨ ਆ ਜਾਂਦੇ ਅੱਜ ਨੂੰ, ਆ ਜਾਂਦੇ ਨੂੰ। ਉਸ ਤੋਂ ਬਾਅਦ ਦੇ ਵਿੱਚ ਜਦੋਂ ਉੱਥੇ CO ਨੇ ਕਿਹਾ, ਕਹਿੰਦਾ ਯਾਰ ਤੁਸੀਂ ਹੁਕਮਦੂਲੀ ਕੀਤੀ, ਤੁਸੀਂ ਸ੍ਰੀਲੰਕਾ 'ਚ ਕਿਵੇਂ ਗਏ ਸੀ? ਅਸੀਂ ਆਖਿਆ ਵੀ ਵਲੰਟੀਅਰ ਹੋ ਕੇ ਗਏ ਸੀ। ਤੁਸੀਂ ਤਿੰਨੇ ਬੰਦਿਆਂ ਦੀ? ਹਾਂ, ਤਿੰਨਾਂ ਦੀ। ਕਹਿੰਦਾ ਵੀ ਤੁਸੀਂ ਫਿਰ ਹੁਕਮਦੂਲੀ ਕਿਉਂ ਕੀਤੀ? ਅਸੀਂ ਆਖਿਆ ਵੀ ਹੁਕਮਦੂਲੀ ਕਾਹਦੀ ਕੀਤੀ ਅਸੀਂ? ਉਹ ਕਹਿੰਦਾ ਵੀ ਤੁਹਾਨੂੰ ਜਦੋਂ ਇੱਕ ਅਫਸਰ ਨੇ ਕਹਿਤਾ ਸੀਗਾ ਵੀ ਆਹ 2 ਮੁੰਡੇ ਮਾਰਨੇ ਆ, ਤੇ ਤੁਹਾਨੂੰ ਕੀ ਹਰਜ ਸੀਗਾ? ਅਸੀਂ ਆਖਿਆ ਵੀ ਗੱਲ ਸੁਣੋ, ਜੇ ਸਾਨੂੰ ਇਸ ਗੱਲ ਦੀ ਤੁਸੀਂ ਹੁਕਮਦੂਲੀ ਕਰਨ ਨੂੰ ਕਹਿੰਦੇ ਹੋ ਤਾਂ ਅਸੀਂ ਇਹ ਹੁਕਮਦੂਲੀ ਬਾਰ-ਬਾਰ ਕਰਾਂਗੇ। ਅਸੀਂ ਇਹ ਕਹਿਤਾ। ਅਗਰ ਅਸੀਂ ਇਹ ਸ਼ਬਦ ਵੀ ਨਾ ਕਹਿੰਦੇ, ਗਲਤੀ ਮੰਨ ਲੈਂਦੇ, ਹੋ ਸਕਦਾ ਵੀ ਅਸੀਂ ਬਚ ਸਕਦੇ ਸੀਗੇ। ਪਰ ਉਹ ਜਿਹੜਾ ਹੁੰਦੀ ਹੈ ਗੱਲਬਾਤ ਮਨ ਦੇ ਵਿੱਚ ਹੁੰਦੀ ਹੈ, ਉਹ ਨਿਕਲ ਜਾਂਦੀ ਹੈ। ਸੱਚ ਹੀ ਹੁੰਦਾ, ਸੱਚ ਹੀ ਹੈ। ਅਸੀਂ ਆਖਿਆ ਵੀ ਜੇ ਤੁਸੀਂ ਇਹ ਕਹੋਗੇ ਨਾ ਵੀ ਇਹ ਹੁਕਮਦੂਲੀ ਕੀਤੀ, ਇਹ ਜਿਹੀਆਂ ਹੁਕਮਦੂਲੀਆਂ ਦਾ ਬਾਰ-ਬਾਰ ਕਰਾਂਗੇ ਅਸੀਂ। ਹਾਂ ਠੀਕ ਹੈ, ਜਦੋਂ ਕੋਈ ਸਾਹਮਣੇ ਸਟੇਨ ਵਾਲਾ ਮਿਲਦਾ ਤਾਂ ਜਦੋਂ ਉਹਦੇ ਨਾਲ ਕੋਈ ਮੁਕਾਬਲਾ ਹੁੰਦਾ, ਉੱਥੇ ਫਿਰ ਅਗਲਾ ਚਾਹੇ ਜ਼ੋਰ ਜਮਾਈ ਕਰ ਜੇ ਤੇ ਆਪਾਂ ਕਰ ਜੀ, ਉਹ ਗੱਲ ਵੱਖਰੀ ਹੈ, ਕਿਉਂਕਿ ਬਰਾਬਰ ਦਾ ਹੁੰਦਾ ਅਗਲਾ ਮੂਹਰੇ। ਐਵੇਂ ਨਿਰਦੋਸ਼ ਚੱਕ ਕੇ ਕਿਸੇ ਨੂੰ ਬੰਨ੍ਹ ਕੇ ਮਾਰਨਾ, ਉਹ ਸਾਡੀ ਜ਼ਮੀਨ ਨੇ, ਉਹਦਾ ਖਮਿਆਜਾ ਅਸੀਂ ਭੁਗਤਿਆ ਜੀ। ਉਹਦਾ ਖਮਿਆਜਾ ਸਾਨੂੰ 1-1 ਸਾਲ ਦੀ ਸਜ਼ਾ ਕੀਤੀ ਇਹਨਾਂ ਨੇ। ਉਸ ਸਮੇਂ ਦੇ ਉੱਤੇ ਮਤਲਬ ਇੱਧਰ ਮਤਲਬ ਆਪਣੇ ਪੂਰਾ ਪੰਜਾਬ ਦੇ ਵਿੱਚ ਉਦੋਂ ਮਾਹੌਲ 1900 ਤਕਰੀਬਨ 90 ਦੇ ਵਿੱਚ ਦਹਾਕੇ ਦੇ ਵਿੱਚ, ਉਦੋਂ ਸਨ ਦੇ ਵਿੱਚ ਪੂਰਾ ਮਤਲਬ ਖਾੜਕੂਬਾਦ ਇੱਥੇ ਸਰਮੌਤ ਸੀਗਾ। ਫਿਰ ਅਸੀਂ ਉਹ ਜਦੋਂ ਉਹਨਾਂ ਨੇ ਸਾਨੂੰ ਕੋਰਟ ਮਾਰਸ਼ਲ ਕਰਕੇ ਗੰਗਾ ਨਗਰ ਦੀ ਜੇਲ੍ਹ 'ਚ ਭੇਜਤਾ। ਗੰਗਾ ਨਗਰ ਦੀ ਜੇਲ੍ਹ ਤੋਂ ਬਾਅਦ ਸਾਨੂੰ ਬਠਿੰਡੇ ਭੇਜਿਆ। ਬਠਿੰਡੇ ਤੋਂ ਬਾਅਦ ਸਾਨੂੰ ਇੱਥੇ 1 ਰਾਤ ਲਵਾ ਕੇ ਬਠਿੰਡੇ, ਉਸ ਤੋਂ ਬਾਅਦ ਸਾਨੂੰ ਲੈ ਗਏ ਨਾਭੇ ਦੀ ਸਿਕਿਉਰਿਟੀ ਜੇਲ੍ਹ ਦੇ ਵਿੱਚ। ਫਿਰ ਸਾਨੂੰ ਅਸੀਂ ਉੱਥੇ ਆਪਦੀ ਸਜ਼ਾ ਕੱਟੀ। ਤੇ ਪਿੱਛੇ ਫਿਰ ਘਰ ਦੇ ਹਾਲਾਤ ਪਰਮਾਤਮਾ ਦੇ ਆਸਰੇ ਸੀਗੇ ਜੀ, ਵਾਹਿਗੁਰੂ ਦੇ ਆਸਰੇ ਸੀਗੇ। ਉਦੋਂ ਬੱਚੇ ਛੋਟੇ ਸੀਗੇ, ਕਿਉਂਕਿ ਮੈਂ ਵੀ ਜੰਗੇ ਸੀਗੀ ਉਦੋਂ, ਤੇ ਮੇਰੇ ਖਿਆਲ 'ਚ ਸਾਲ ਕੁ ਦੀ ਮੇਰੀ ਗੁੱਡੀ ਸੀਗੀ ਉਦੋਂ, ਤੇ 3 ਸਾਲ ਦਾ ਬੱਚਾ ਸੀਗਾ ਮੇਰਾ ਵੱਡਾ ਮੁੰਡਾ। ਤੇ ਉਦੋਂ ਤਾਂ ਫਿਰ ਇਹਨਾਂ ਨੂੰ ਟਾਈਮ ਵੀ ਨਹੀਂ ਸੀ ਪਤਾ ਲੱਗਿਆ ਵੀ ਕਿੱਥੇ ਹੈ। ਉਹ ਬਾਅਦ ਦੇ ਵਿੱਚ ਉੱਥੋਂ ਕੋਈ ਸੰਪਰਕ ਕਰਕੇ ਕਿਸੇ ਮੁੰਡੇ ਨੇ, ਫਿਰ ਉੱਥੋਂ ਉਹਦੀ ਭੈਣ ਸੀ ਨਾਭੇ, ਉਹਨੇ ਸੁਨੇਹਾ ਲਾਇਆ ਇੱਥੇ ਪਿੰਡ ਵੀ ਐਂ ਕਰਕੇ ਬਲਵਿੰਦਰ ਸਿੰਘ ਤਾਂ ਨਾਭੇ ਦੀ ਸਿਕਿਉਰਿਟੀ ਜੇਲ੍ਹ 'ਚ ਆ। ਫਿਰ ਉਦੋਂ ਮੇਰੀ ਮਾਤਾ ਜੀ ਠੀਕ ਸੀਗੀ, ਜਿਉਂਦੀ ਸੀ, ਥੋੜ੍ਹਾ ਚਿਰ ਹੋਇਆ ਉਹਨੇ ਡੈਥ ਹੋਈ ਨੂੰ। ਤੇ ਇਹ ਦੋਨੇ ਜਾਣੀਆਂ, ਮੇਰੀ ਸਿੰਘਣੀ ਤੇ ਮੇਰੀ ਮਾਤਾ ਜੀ, ਬੱਚਿਆਂ ਨੂੰ ਗੋਦੀ ਚੱਕ ਕੇ ਉੱਥੇ 1 ਦਿਨ ਪਹਿਲਾਂ ਗਈਆਂ। ਉੱਥੇ ਜਾ ਕੇ ਉਹਨਾਂ ਨੂੰ ਤਾਂ ਮੁਲਾਕਾਤ ਦਾ ਵੀ ਨਹੀਂ ਸੀ ਪਤਾ ਵੀ ਕਿਵੇਂ ਕਰਨੀ ਹੈ, ਕਿਵੇਂ ਕਰਨਾ, ਕੀ ਕਰਨਾ ਕੀ ਨਹੀਂ ਕਰਨਾ। ਚੱਲ ਉਸ ਤੋਂ ਬਾਅਦ ਫਿਰ ਉਹ ਜਦੋਂ ਮੁਲਾਕਾਤ ਕਰਨ ਤੋਂ ਬਾਅਦ ਉਹ ਮੁੰਡੇ ਨੇ ਨਾਲ ਮੇਰੇ ਮੁਲਾਕਾਤ ਕੀਤੀ। ਉਹਨੇ ਫਿਰ ਆਪ ਕਹਿੰਦਾ ਵੀ ਤੁਸੀਂ ਇੱਥੇ ਬਹਿ ਜਾਓ। ਉਹਨੇ ਆਪਦੀ ਭੈਣ ਆ, ਉਹਦੀ ਵਿਆਹੀ ਹੋਈ ਨਾਭੀ, ਉਹਨੇ ਉਹਨੂੰ ਸੱਦ ਕੇ ਫਿਰ ਇਹਨਾਂ ਨਾਲ ਮਤਲਬ ਉਹ ਕਰਕੇ ਜਲਦੀ ਉਦੋਂ ਫਿਰ ਪਤਾ ਲੱਗਿਆ ਵੀ ਐਂ ਕਰਕੇ
ਪਰਿਵਾਰ ਨੇ ਤਾਂ ਮਤਲਬ ਤੰਗੀਆਂ ਕੱਟੀਆਂ ਹੀ ਉਦੋਂ ਸਾਲ ਜਿਹੜਾ ਘਰੇ ਤੁਸੀਂ ਪਹਿਲਾਂ ਦੱਸਤਾ ਸੀ ਵੀ ਆਏ ਸ਼੍ਰੀਲੰਕਾ ਚ ਆਹ ਗੱਲਬਾਤ ਹੋਈ ਆ? ਨਹੀਂ ਸਾਡੀ ਕੋਈ ਗੱਲ ਨਹੀਂ ਸੀ ਕਰੀ, ਘਰੇ ਕੁਝ ਨਹੀਂ ਸੀ ਕਰੀ। ਹੋਰ ਕੋਈ ਯਾਰ ਦੋਸਤ ਨੂੰ ਕਿਸੇ ਨੂੰ ਕੋਈ? ਹਾਂ ਆਏ ਤਾਂ ਸਾਡੀਆਂ ਗੱਲਾਂ ਤਾਂ ਹੁੰਦੀਆਂ ਸੀਗੀਆਂ ਤਾਂ ਜੀ, ਇੱਥੇ ਪਿੰਡ ਵੀ ਗੱਲਾਂ ਹੋ ਜਾਂਦੀਆਂ ਸੀਗੀਆਂ ਵੀ ਐਂ ਕਰਕੇ ਆਹ ਗੱਲ ਹੋਈ ਆ। ਜਦੋਂ ਛੁੱਟੀ ਕੱਟ ਕੇ ਗਏ ਅਸੀਂ ਕੋਈ ਪੁੱਛਣ ਲੱਗ ਜਾਂਦੇ ਸੀ ਮੁੰਡੇ ਵੀ ਕਿਹੋ ਜਿਹਾ ਮਾਹੌਲ ਆ ਯਾਰ ਉੱਥੇ, ਅਜਿਹਾ ਯਾਰ ਇਹੋ ਜਿਹਾ ਕੁਛ ਆ, ਪਰ ਆਹ ਕੁਛ ਕਰਾਈ ਜਾਂਦੇ ਆ ਸਾਥੋਂ ਫੌਜ ਤੋਂ। ਉਦੋਂ ਤਨਖਾਹਾਂ ਵੀ ਕੋਈ ਵਾਲੀਆਂ ਨਹੀਂ ਸੀਗੀਆਂ ਤੇ ਮਤਲਬ ਨਗੂਣੀਆਂ ਤਨਖਾਹਾਂ ਦੇ ਬਦਲੇ ਲੋਕਾਂ ਦੇ। ਸ਼੍ਰੀਲੰਕਾ ਦੇ ਵਿੱਚ ਕਿੰਨਾ ਸਮਾਂ ਰਹੇ ਤੁਸੀਂ ਕੁੱਲ? ਅਸੀਂ ਉੱਥੇ ਰਹੇ ਹਾਂ ਜੀ 13 ਮਹੀਨੇ। 13 ਮਹੀਨੇ ਉੱਥੋਂ ਛੁੱਟੀ ਵੀ ਆਏ ਵਗੈਰਾ? ਉੱਥੋਂ ਕੇਰਾਂ ਛੁੱਟੀ ਆਏ ਅਸੀਂ, ਛੁੱਟੀ ਕੱਟ ਕੇ ਚਲੇ ਗਏ ਸੀ। ਉਸ ਤੋਂ ਬਾਅਦ ਸਾਡੀ ਯੂਨਿਟ ਆ ਜਿਹੜੀ ਮਿੱਸਾਮਰੀ ਆ ਗਈ। ਮਿੱਸਾਮਰੀ ਤੋਂ ਨਾਲ ਦੀ ਨਾਲ ਸਾਡੀ ਪੋਸਟ ਗੰਗਾਨਗਰ ਦੀ ਹੋ ਗਈ ਸੀਗੀ। ਸੌਰੀ ਮਿੱਸਾਮਰੀ ਨਹੀਂ, ਤਵਾਂਗ ਸਾਈਡ ਅਰੁਣਾਚਲ ਪ੍ਰਦੇਸ਼ ਦੇ ਵਿੱਚ ਗਸਮ ਤੋਂ ਉਹਦੀ ਫਿਰ ਅਸੀਂ ਇੱਥੇ ਆ ਗਏ। ਕਿਉਂਕਿ ਉਦੋਂ ਜਿਹੜਾ ਸਾਡਾ ਇਹ ਅਫਸਰ ਸੀਗਾ ਚਹਿਲ, ਉਦੋਂ ਰੈਜੀਮੈਂਟ ਦੇ ਵਿੱਚ ਹੈ ਨਹੀਂ ਸੀਗਾ ਇਹ। ਇਹਨੇ ਆ ਕੇ ਕਿਸੇ ਉਦੋਂ 2IC ਬਣ ਕੇ ਆਇਆ ਸੀਗਾ ਮੇਜਰ ਸਾਹਿਬ। ਜਦੋਂ 2IC ਬਣਨ ਤੋਂ ਬਾਅਦ ਇਹਨੇ ਉਹ ਚੱਕਿਆ ਵੀ ਐਂ ਕਰਕੇ ਉਹਨਾਂ ਬੰਦਿਆਂ ਨੂੰ ਲਿਆਓ ਵੀ ਜਿਨ੍ਹਾਂ ਨੇ ਉਦੋਂ ਮੈਨੂੰ ਅੱਖਾਂ ਦਿਖਾਈਆਂ ਨੇ ਉੱਥੇ। ਮਤਲਬ ਉਸ ਗੱਲ ਨੂੰ ਲੈ ਕੇ ਅੱਜ ਅਸੀਂ ਦੇਖੋ ਸਜ਼ਾਵਾਂ ਵੀ ਕੱਟ ਲਈਆਂ ਹੋਰ ਵੀ, ਪਰ ਹੁਣ ਵੀ ਕਈ ਵਾਰੀ ਸੋਚਦੇ ਹਾਂ ਵੀ ਜੇ ਅਸੀਂ ਉਹਨਾਂ ਦਾ ਮੁਕਾਬਲਾ ਬਣਾ ਦਿੰਦੇ ਤਾਂ ਅਸੀਂ ਵੀ ਪੈਨਸ਼ਨ ਆ ਜਾਂਦੀ, ਨੌਕਰੀ ਕਰਕੇ ਆਉਂਦੇ ਅਸੀਂ। ਪਰ ਸਾਡੀ ਜ਼ਮੀਰ ਇਹ ਸੋਚਦੀ ਆ ਯਾਰ ਵੀ ਉਹੋ ਜਿਹੇ ਪੈਸੇ ਤੋਂ ਕਰਾਉਣਾ ਵੀ ਕੀ ਆ। ਪਰ ਹੁਣ ਹੌਸਲਾ ਵੀ ਹੁੰਦਾ, ਹੌਸਲਾ ਵੀ ਆ ਜਦੋਂ ਇਹ ਸੋਚਦੇ ਹਾਂ ਅਸੀਂ। ਤੇ ਹਾਲਾਤ ਤਾਂ ਹੁਣ ਬਸ ਪਤਾ ਹੀ ਆ, ਹੁਣ ਘਰ ਦੇ ਆ ਬੈਠੇ ਆ, ਜੇ ਉਹ ਕਹੇ ਜਾ ਘਰ ਆ ਸਾਡਾ, ਕਹੇ ਸਾਡੀ 3 ਕਿੱਲੇ ਜ਼ਮੀਨ ਹੈ ਇੱਥੇ, ਇਹਦੇ ਤੇ ਪਰਿਵਾਰ ਮਤਲਬ ਬੱਚਾ ਆਪਦਾ ਉਧਰ ਕੰਮ ਕਰੀ ਜਾਂਦਾ ਮਾੜਾ ਮੋਟਾ, ਇਹਦੇ ਤੇ ਕਰੀ ਜਾਂਦੇ ਆ ਜਿਹੜਾ ਕੁਝ ਹੈਗਾ। ਤੇ ਅਸੀਂ ਹੁਣ ਲੱਗੇ ਹੋਏ ਆ ਜਿਹਨਾਂ ਦੀ ਉਹ ਸੇਵਾ ਕਰਨ ਤੋਂ ਬਾਅਦ, ਜਿਹਨਾਂ ਦੀ ਉੱਥੇ ਸੰਘਰਸ਼ ਕਰਨ ਤੋਂ ਬਾਅਦ ਵੀ ਘਰੇ ਅਸੀਂ ਟਿਕ ਕੇ ਨਹੀਂ ਬੈਠੇ। 97 ਤੋਂ ਅਸੀਂ ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਜੁਆਇਨ ਕੀਤੀ ਸੀਗੀ, ਉਸ ਤੋਂ ਬਾਅਦ ਫਿਰ ਅਸੀਂ ਕਿਸਾਨ ਯੂਨੀਅਨ ਤੇ ਚੱਲੀ ਜਾਂਦੇ ਹਾਂ। ਯੂਨੀਅਨ ਦੇ ਵਿੱਚ ਰਹੇ, ਫਿਰ ਪਿੰਡ ਮੈਂਬਰ ਬਣੇ ਰਹੇ। ਕਿਉਂ ਉਸ ਤੋਂ ਬਾਅਦ ਫਿਰ ਚੱਲ ਜਦੋਂ ਪਤਾ ਲੱਗ ਗਿਆ, ਜਦੋਂ ਇਹਨਾਂ ਨਾਲ ਸੰਪਰਕ ਹੋਇਆ ਆਪਣੇ ਝੰਡਾ ਸਿਉ ਨੇ, ਚੱਲ ਫਿਰ ਥੋੜਾ ਬਹੁਤਾ ਉਹ ਕਰਿਆ। ਕਿਉਂਕਿ ਜਿਹੋ ਜਿਹਾ ਮਾਹੌਲ ਬਣ ਜਾਂਦਾ ਸੀਗਾ, ਜਦੋਂ ਬਿਜਲੀ ਨਹੀਂ ਆਉਂਦੀ ਅਸੀਂ ਪੰਗਾ ਲੈ ਲੈਣਾ ਜਾ ਕੇ, ਗ੍ਰਿਡ ਘੇਰ ਲੈਣਾ। ਤੇ ਉਹ ਤੋਂ ਬਾਅਦ ਫਿਰ ਥੋੜਾ ਜਿਹਾ ਸਰਗਰਮੀ। ਤੁਹਾਡਾ ਪਿੰਡ ਤਾਂ ਵੈਸੇ ਵੀ ਸੁਰਖੀਆਂ 'ਚ? ਹਾਂ ਸੁਰਖੀਆਂ 'ਚ ਹੀ ਰਹਿੰਦਾ ਜੀ। ਘੋਲ ਵੀ ਹੋਇਆ ਹੈਗਾ? ਹਾਂ ਹੋਇਆ, ਜੇਠੂ ਕਾਲਾ ਕਾਂਡ ਵੀ ਹੋਇਆ ਜੀ ਇੱਥੇ। ਉਦੋਂ ਜਨਰਲ ਸੈਕਟਰੀ ਸੀਗਾ ਮੈਂ ਬਲਾਕ ਪਿੰਡ ਦਾ ਜੀ, ਜਦੋਂ ਉਹ ਮਤਲਬ ਕਾਂਡ ਹੋਇਆ। ਤੇ ਉਹ ਤੋਂ ਬਾਅਦ ਫਿਰ ਤਾਂ ਪਿੱਛੇ ਮੁੜ ਕੇ ਦੇਖਿਆ ਹੀ ਨਹੀਂਗਾ ਜੀ। ਤੇ ਅੱਜ ਵੀ ਜਣੇ ਦੀ ਕਦੇ ਦਿੱਲੀ ਕਦੇ ਇੱਥੇ, ਤੇ ਤੁਹਾਨੂੰ ਪਤਾ ਹੀ ਆ ਵੀ ਕਦੇ, ਕਿਉਂਕਿ ਅੱਜ ਵੀ ਜਿਹੜਾ ਪੈਰ ਤੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ, ਇਹ ਵੀ ਬੇਕਰਕ ਲੁੱਟ ਹੈ। ਇੱਕ ਪਾਸੇ ਸਰਕਾਰਾਂ ਮਤਲਬ ਕੋਈ ਬਿੱਲ ਪਾਸ ਕਰਦੀਆਂ ਨੇ, ਦੂਜੇ ਪਾਸੇ ਜਿਹੜੇ ਵੱਡੇ ਵਪਾਰੀ ਹੈ ਉਹ ਸਾਨੂੰ ਖੂੰਜੇ ਲਾਉਣ ਲੱਗੇ ਵਾ। ਜਿਹੜਾ ਆਪਣਾ ਮਿਲੇ ਸੀਗੇ ਕਣਕ ਦਾ ਮਸਲਾ ਕਿੱਡਾ ਵੱਡਾ, ਤੇ ਉਹ ਮਸਲੇ ਨੂੰ ਵੀ ਅਸੀਂ ਮਤਲਬ ਹੱਲ ਕਰਨ ਲੱਗੇ ਹੋਏ ਆ। ਜਿੱਥੇ ਕੋਈ ਪਤਾ ਲੱਗਦਾ ਜਾਂਦੇ ਆ, ਤੇ ਹੁਣ ਵੀ ਜਾਣਾ ਦਿੱਲੀ, ਕਿਉਂਕਿ ਹੁਣ 26 ਮਈ ਨੂੰ ਲੈ ਕੇ ਆ ਜਿਹੜੇ ਉੱਥੇ 4 ਮਹੀਨੇ ਹੋ ਗਏ ਬੈਠਿਆਂ ਨੂੰ, 6 ਮਹੀਨੇ ਦਾ ਰਾਸ਼ਨ ਜਿਹੜਾ ਸਾਡੇ ਆਗੂਆਂ ਨੇ ਕਿਹਾ ਸੀਗਾ। ਇੱਕ ਤਾਂ ਉਹ ਸਾਡੇ ਆਗੂਆਂ ਦੀ ਗੱਲ ਤੇ ਮੋਹਰ ਲੱਗ ਗਈ ਵੀ ਜਿਹੜਾ ਆਪਾਂ 6 ਮਹੀਨਿਆਂ ਦਾ ਰਾਸ਼ਨ ਕਿਹਾ ਸੀ ਵੀ ਲੈ ਕੇ ਆਏ ਆ, 26 ਮਈ ਨੂੰ 6 ਮਹੀਨੇ ਹੋ ਜਾਣਗੇ। ਆਪਣੇ 26 ਮਈ ਨੂੰ 6 ਮਹੀਨੇ ਪੂਰੇ ਹੋਣੇ ਆ ਸੰਘਰਸ਼ ਦੇ, ਤੇ ਮੋਦੀ ਦੇ ਗੁੰਡੇ ਰਾਜ ਦੇ 7 ਸਾਲ ਪੂਰੇ ਹੋਣੇ ਆ। ਇਹ ਦੋਨੇ ਗੱਲਾਂ ਮਤਲਬ ਬਰਾਬਰ ਪੂਰੀਆਂ ਹੋਣੀਆਂ। ਤੇ ਇਸ ਦਿਨ ਦੇ ਉੱਤੇ ਅਸੀਂ ਪੂਰੀ ਵੱਡੀ ਪੱਧਰ ਦੇ ਉੱਤੇ ਤਿਆਰੀ ਕੀਤੀ ਹੋਈ ਆ। ਦਿੱਲੀ ਦੇ ਬਾਰਡਰਾਂ ਦੇ ਵੀ ਇਹ ਦਿਨ ਨੂੰ ਮਨਾਉਣਾ ਕਾਲੇ ਦਿਨ ਵਜੋਂ, ਤੇ ਪਿੰਡਾਂ ਦੇ ਵਿੱਚ ਕਾਲੇ ਝੰਡੇ, ਤੇ ਸਾਰੇ ਮਤਲਬ ਘਰਾਂ ਦੇ ਉੱਤੇ ਕਾਲੇ ਝੰਡੇ, ਦੁਕਾਨਾਂ ਤੇ ਕਾਲੇ ਝੰਡੇ, ਤੇ ਮੋਦੀ ਦੀਆਂ 12 ਵਜੇ ਠੀਕ ਜਿੱਥੇ ਸਾਡੇ ਮੋਰਚੇ ਚੱਲਦੇ ਆ, ਇਹਨਾਂ ਦੇ ਕਾਲੇ ਖੱਫਣ ਪਾ ਕੇ ਠੀਕ 12 ਵਜੇ ਇਹਨਾਂ ਦੀਆਂ ਅਰਥੀਆਂ ਫੂਕਣੀਆਂ ਨੇ। ਇਹ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਲਾਗੂ ਕਰਨਾ ਲੋਕ ਪੱਬਾਂ ਭਾਰ ਹੈ। ਤੇ ਜਲਦੀ ਇਹ ਆ ਸਾਡੀ ਮਿੱਥਿਆ ਜਿਹੜੀ ਅਸੀਂ ਤੁਹਾਨੂੰ ਸੁਣਾਈ ਹੈ। ਤੇ ਕਿਉਂਕਿ ਜਿਹੜਾ ਕਿਵੇਂ ਕਹਿ ਦਿੰਦੇ ਆ ਵੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਤੇ ਅਸੀਂ ਵੀ ਜਣ ਦੀ ਫਖਰ ਮਹਿਸੂਸ ਕਰਦੇ ਹਾਂ ਵੀ ਅਸੀਂ ਪੰਜਾਬ ਦੇ ਵਿੱਚ ਜੰਮੇ ਆ। ਤਾਂ ਸਾਡੇ ਜਿਹੜੇ ਮਤਲਬ ਬਜ਼ੁਰਗ, ਸਾਡੇ ਗੁਰੂ ਜਿਹੜੇ ਇੱਥੇ ਸੰਘਰਸ਼ ਕਰਕੇ ਗਏ ਆ, ਜਾਂ ਭਗਤ ਸਿੰਘ ਵਰਗੇ, ਰਾਜਗੁਰੂ ਸੁਖਦੇਵ ਵਰਗੇ, ਕਰਤਾਰ ਸਿੰਘ ਸਰਾਭੇ ਵਰਗੇ, ਜਿਨ੍ਹਾਂ ਨੇ ਉਹ ਸੰਘਰਸ਼ ਕੀਤੇ ਆ, ਵੀ ਸਾਨੂੰ ਉਹਨਾਂ ਸੰਘਰਸ਼ਾਂ ਤੇ ਤੁਰਨ ਦਾ ਮਾਣ ਅਸੀਂ ਮਹਿਸੂਸ ਕਰ ਰਹੇ ਹਾਂ ਆਪਦੇ ਆਪ। ਇੱਕ ਗੱਲ ਮੈਂ ਬਲਵਿੰਦਰ ਜੀ ਹੋਰ ਪੁੱਛਣੀ ਚਾਹੂੰਗਾ, ਜਿਹੜੇ ਤੁਸੀਂ ਅਫਸਰ ਦਾ ਜ਼ਿਕਰ ਕਰਦੇ ਸੀ ਬਾਰ-ਬਾਰ ਵੀ ਇੱਦਾਂ, ਉਹਨਾਂ ਨਾਲ ਦੁਬਾਰਾ ਕੋਈ ਮੇਲ ਮਿਲਾਪ ਹੋਇਆ, ਕੋਈ ਸੰਪਰਕ ਹੋਇਆ, ਜਾਂ ਕੋਈ ਪਤਾ ਲੈਣ ਦੀ ਕੋਸ਼ਿਸ਼ ਕੀਤੀ ਵੀ ਕਿੱਥੇ ਨੇ, ਕੀ ਗੱਲ ਆ? ਨਹੀਂ, ਦੁਬਾਰੇ ਅਸੀਂ ਕੋਈ ਕੋਸ਼ਿਸ਼ ਨਹੀਂ ਕੀਤੀ ਉਹਦੀ, ਕਿਉਂਕਿ ਐਂ ਸੀ ਨਾ, ਉਸ ਤੋਂ ਬਾਅਦ ਫਿਰ ਅਸੀਂ ਸਾਲ ਭਰ ਤਾਂ ਜੇਲ੍ਹ 'ਚ ਹੀ ਰਹਿ ਗਏ। ਜੇਲ੍ਹ 'ਚ ਰਹਿਣ ਤੋਂ ਬਾਅਦ ਇੱਕ ਘਟਨਾ ਜੇਲ੍ਹ ਦੇ ਵਿੱਚ ਜ਼ਰੂਰ ਵਾਪਰੀ ਸੀਗੀ ਸਾਡੇ ਨਾਲ ਜੀ।
ਉੱਥੇ ਸਾਨੂੰ ਇਹ ਕਿਹਾ ਗਿਆ ਵੀ ਖੇਤੀ ਪੰਜੇ ਦੇ ਵਿੱਚ ਕੰਮ ਕਰਨਾ ਤੁਸੀਂ। ਅਸੀਂ ਹੈਗਾ ਵੀ ਖੇਤੀ ਪੰਜਾ ਕੀ ਹੁੰਦਾ, ਸਾਨੂੰ ਤਾਂ ਖੇਤੀ ਪੰਜੇ ਦਾ ਨਹੀਂ ਸੀ ਪਤਾ। ਅੱਛਾ ਜੀ। ਕਹਿੰਦੇ ਵੀ ਖੇਤੀ ਪੰਜਾ ਵੀ ਜੇਲ੍ਹ ਤੋਂ ਬਾਹਰ ਜਾ ਕੇ ਜਿਹੜੀ ਖੇਤੀ ਹੈ ਉਹ ਖੇਤਾਂ ਦੇ ਵਿੱਚ ਕੰਮ ਕਰੋਗੇ। ਜਲਦੀ ਉੱਥੇ ਵੀ ਅਸੀਂ ਜਿਹੜਾ ਸੁਪਰਡੈਂਟ ਸੀਗਾ ਜਿੰਦਲ ਧਨੌਲੇ ਦਾ, ਧਨੌਲੇ ਦਾ ਸੀ ਜਿੰਦਲ, ਉਹ ਕਹਿੰਦਾ ਵੀ ਤੁਹਾਨੂੰ ਜਾਣਾ ਪਊਗਾ। ਅਸੀਂ ਆਖਿਆ ਵੀ ਅਸੀਂ ਤਾਂ ਜਾਂਦੇ ਨਹੀਂ। ਕਹਿੰਦਾ ਵੀ ਕਿਉਂ ਨਹੀਂ ਜਾਂਦੇ? ਮੈਂ ਕਿਹਾ ਅਸੀਂ ਦੇਖ ਕੋਈ 302 ਦੇ ਵਿੱਚ ਨਹੀਂ ਆਏ, ਅਸੀਂ ਕੋਈ ਮਰਡਰ ਨਹੀਂ ਕੀਤਾ, ਅਸੀਂ ਕੋਈ ਹੋਰ ਨਹੀਂ ਕੀਤਾ। ਜਿੱਦੇ ਇਹੋ ਜਿਹੀ ਧਾਰਾ ਸਾਡੇ ਤੇ ਲੱਗ ਗਈ ਉਦੋਂ ਸਾਨੂੰ ਭਾਵੇਂ ਖੇਤੀ ਪੰਜੇ 'ਚ ਛੱਡੋ, ਭਾਵੇਂ ਸਾਨੂੰ ਜਿੱਥੇ ਮਰਜ਼ੀ ਪੰਜੇ 'ਚ ਲੈ ਜਿਓ। ਕਹਿੰਦਾ ਜਾਂਦੇ ਨਹੀਂ ਤੁਸੀਂ? ਅਸੀਂ ਕਿਹਾ ਵੀ ਨਹੀਂ ਜਾਂਦੇ। ਤੇ ਉਹ ਕਹਿੰਦਾ ਵੀ ਇਹਨੂੰ ਮੁੱਦਾ ਪਾਓ, ਮੁੱਦਾ ਪਾਓ। ਜਦੋਂ ਮੈਨੂੰ ਕਿਹਾ ਉਹਨੇ ਮੁੱਦਾ ਪਾਓ, ਮੇਰੇ ਲੱਪੜ ਮਾਰਨ ਆਇਆ ਉਹ ਜਿੰਦਲ, ਤੇ ਮੈਂ ਉਹਦੇ ਪਹਿਲੇ ਹੀ ਠੋਕਿਆ ਅੰਦਰ ਹੀ ਕੰਮ, ਅੰਦਰ ਹੀ ਜੇਲ੍ਹ 'ਚ। ਹਾਂ ਜਦੋਂ ਠੋਕਿਆ ਉਹਦੇ ਲੱਪੜ ਟੋਪੀ ਲੈ ਕੇ ਉਹਦੀ ਹੋ ਗਈ ਓਡੀ ਦੂਰ। ਉਦੋਂ ਮੁੜ ਕੇ ਮੈਨੂੰ ਨਹੀਂ ਪਤਾ ਲੱਗਿਆ ਵੀ ਮੈਨੂੰ ਉਹਨਾਂ ਨੇ ਉੱਥੇ ਕਿੰਨਾ ਕੁੱਟਿਆ। ਉਦੋਂ ਮੁੜ ਕੇ ਉੱਥੇ 8 ਚੱਕੀਆਂ ਸੀ, 8 ਚੱਕੀਆਂ ਦੇ ਵਿੱਚ ਲਿਆ ਕੇ ਬੰਦ ਕਰਤਾ। ਉੱਥੇ ਸੂਰਜ ਚੜ੍ਹਦੇ ਦਾ ਨਾ ਸਿਫਦੇ ਦਾ 3 ਮਹੀਨੇ ਮੈਂ 8 ਚੱਕੀਆਂ ਦੇ ਵਿੱਚ ਰਿਹਾ ਉੱਥੇ। 3 ਮਹੀਨੇ ਬਾਅਦ ਰੋਟੀ ਫੜਾ ਜਾਂਦੇ ਸੀ। ਤੁਹਾਡੇ ਨਾਲ ਦੇ ਸਾਥੀ ਮੇਰੇ ਨਾਲ ਦੇ ਉਹ ਇੱਧਰ ਸੀਗੇ ਬੈਰਕ ਦੇ ਵਿੱਚ। ਹੁਣ ਨਾਲ ਦੇ ਸਾਥੀਆਂ ਨਾਲ ਗੱਲਬਾਤ ਹੁੰਦੀ ਹੈ? ਹੁਣ ਗੱਲਬਾਤ ਤਾਂ ਨਹੀਂ ਉਹਨਾਂ ਨਾਲ ਹੋਈ। ਤੇ ਇੱਕ ਉਹ ਮੁੰਡਾ ਦੀ ਮੌਤ ਹੋ ਗਈ ਜਿਹੜਾ ਠੱਕਰਾਲ ਦਾ ਸੀਗਾ, ਉਹਦੀ ਮੌਤ ਹੋ ਗਈ ਸੀਗੀ। ਤੇ ਉਹ ਜਾਮਣਾ ਨਗਰ ਵਾਲੇ ਨਾਲ ਸਾਡਾ ਕੋਈ ਮੁੜ ਕੇ ਮੇਲ ਨਹੀਂ ਹੋਇਆ, ਕਿਉਂਕਿ ਮੈਂ ਉਹਨਾਂ ਤੋਂ 2 ਮਹੀਨੇ ਪਹਿਲਾਂ ਆ ਗਿਆ ਸੀਗਾ। ਪਹਿਲਾਂ ਆਉਣ ਦਾ ਕਾਰਨ ਇਹ ਹੋ ਗਿਆ ਸੀਗਾ ਵੀ ਆਰਮੀ ਹੈੱਡਕੁਆਟਰ ਨੇ ਮੇਰੀ 8 ਮਹੀਨੇ ਸਜ਼ਾ ਮਤਲਬ ਰੱਖਤੀ ਸੀਗੀ। 4 ਮਹੀਨੇ ਵਿੱਚ ਉਹਨੇ ਤੋੜਤੀ ਸੀਗੀ। ਮੈਂ NCO ਸੀਗਾ ਨਾਇਕ, ਉਹ ਸੀਗੇ ਸਿਪਾਹੀ। ਅੱਛਾ ਜੀ। ਉਹਨਾਂ ਦੀ ਫਿਰ ਸਾਲ ਉਹਨਾਂ ਨੂੰ ਕੱਟਣੀ ਪਈ ਹੈ। ਤੇ ਉਹਦੇ ਵਿੱਚੋਂ ਫਿਰ ਆ ਕੇ ਜਦੇ ਸਾਨੂੰ ਅਸੀਂ ਜੇਲ੍ਹ ਦੇ ਵਿੱਚੋਂ ਰਿਹਾ ਹੋਏ ਆ ਨਾਭੇ ਚੋਂ। ਨਾਭੇ ਜੇਲ੍ਹ ਦੇ ਵਿੱਚੋਂ ਸਾਨੂੰ ਵੀ ਪਹਿਲਾਂ ਅੰਦਰ ਡਰਾਇਆ ਗਿਆ ਵੀ ਚੱਕ ਕੇ ਦੁਬਾਰੇ ਛੱਡ ਦਿੰਦੇ ਅੰਦਰ। ਸਾਨੂੰ ਐਂ ਕਰ ਦਿੰਦੇ। ਮੈਂ ਕਿਹਾ ਕੋਈ ਗੱਲ ਨਹੀਂ, ਛੱਡ ਦੇਣ ਤਾਂ ਕੀ ਹੈ। ਜਦੋਂ ਅਸੀਂ ਜੇਲ੍ਹ ਦੀ ਡਿਊਟੀ ਤੇ ਆ ਗਏ, ਉਹ ਮੈਨੂੰ ਡਿਪਟੀ ਕਹਿੰਦਾ ਜਿੰਦਲ, ਕਹਿੰਦਾ ਬਲਵਿੰਦਰ ਸਿੰਘ ਮਨ 'ਚ ਗੱਲ ਨਾ ਰੱਖੀ ਕੋਈ, ਕਈ ਵਾਰੀ ਇਹੋ ਜਿਹੀਆਂ ਗੱਲਾਂ ਸਾਨੂੰ ਜੇਲ੍ਹ ਦੇ ਵਿੱਚ ਕਰਨੀਆਂ ਪੈ ਜਾਂਦੀਆਂ। ਮੈਂ ਉਹਨੂੰ ਇੱਕੋ ਹੀ ਗੱਲ ਕਹੀ, ਮੈਂ ਕਿਹਾ ਵੀ ਡਿਪਟੀ ਸਾਹਿਬ ਜੇ ਤਾਂ ਵਗ ਗਿਆ ਮੈਂ ਸਿੱਧਾ ਘਰੇ, ਫਿਰ ਤਾਂ ਕੋਈ ਗੱਲ ਨਹੀਂ, ਤੇ ਜੇ ਮੈਂ ਕਿਹਾ ਰਾਹ 'ਚ ਵੀ ਕਿਸੇ ਪਾਸੇ ਮੈਂ ਤੁਰ ਗਿਆ ਫਿਰ ਜ਼ਰੂਰ ਮਿਲਾਂਗੇ ਆਪਾਂ ਧਨੌਲੇ ਕਿਤੇ। ਪਰ ਫਿਰ ਉਦੋਂ ਬਾਅਦ ਮਨ 'ਚ ਵੀ ਡਰ ਹੋਣਾ, ਮਨ ਉਹਦੇ ਵੀ ਡਰ 'ਚ ਰਿਹਾ। ਇਹ ਗੱਲ ਮੈਂ ਕਹਿ ਕੇ ਆਇਆ ਸੀ, ਕਿਉਂਕਿ ਉਦੋਂ ਮਾਹੌਲ ਵੀ ਖਰਾਬ ਸੀ। ਮਾਹੌਲ ਉਦੋਂ ਖਰਾਬ ਸੀ ਕਿਉਂਕਿ ਉੱਥੇ ਖਾੜਕੂ ਬਹੁਤ ਸੀਗੇ ਅੰਦਰ, ਜਿਹੜੇ ਮਤਲਬ ਭਿੰਦੇ ਵਰਗੇ ਜਿਨ੍ਹਾਂ ਨੇ ਜਨਰਲ ਵੈਦਿਆਂ ਨੂੰ ਉਹ ਕਰਿਆ ਸੀਗਾ ਜੀ। ਉਹ ਸੁੱਖਾ ਤੇ ਜਿੰਦਾ ਤਾਂ ਉੱਧਰ ਹੀ ਸੀਗਾ, ਹਰਪਿੰਦਰ ਭਿੰਦਾ ਇੱਥੇ ਸੀਗਾ, ਹੋਰ ਬਥੇਰੇ ਸੀਗੇ। ਜਲਾਲ ਦੀ ਆਲ ਤੋਂ ਬੰਦੇ ਜਾਂਦੇ ਸੀ, ਮਿਲ ਲੈਂਦੇ ਸੀ ਉੱਥੇ, ਮਿਲ ਮੁਲ ਲੈਂਦੇ ਸੀ। ਐਂ ਤਾਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਇਕੱਠੇ ਹੋ ਜਾਂਦੇ ਸੀਗੇ, ਪਰ ਸਾਨੂੰ ਰੱਖਿਆ ਅੱਡ ਹੋਇਆ ਸੀ। ਮੈਂ ਇੱਕ ਗੱਲ ਹੋਰ ਕਰਨੀ ਚਾਹੂੰਗਾ, ਜਿਹੜਾ ਅਸੀਂ ਇੱਕ ਮੁਲਾਕਾਤ ਕੀਤਾ ਸੀ ਢਿੱਲੋਂ ਸਾਹਿਬ ਦਾ, ਜਿਹੜੇ ਪਹਿਲਾਂ ਉਦੋਂ ਬਾਗੀ ਫੌਜੀ ਹੋਇਆ ਤੁਹਾਡੇ ਪਿੰਡ ਦੇ, ਉਹਨਾਂ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਪੁੱਛਿਆ। ਮੈਂ ਤੁਹਾਨੂੰ ਵੀ ਇਹੀ ਪੁੱਛਣਾ ਚਾਹੂੰਗਾ, ਉਹਨਾਂ ਨੇ ਬੜੀ ਜਿਵੇਂ ਪੁਰਾਣੇ ਜਿਹੜੇ ਫੌਜ 'ਚੋਂ ਬੰਦੇ ਆਏ ਆ ਜਾਂ ਜਿਹੜਿਆਂ ਦੀ ਪੁਰਾਣੀ ਪੜ੍ਹਾਈ ਕਰੀ ਵੀ ਆ, ਜਿਹੜੇ ਪੁਰਾਣੇ ਨੌਕਰੀ ਪੇਸ਼ਾ ਲੋਕ ਰਹੇ ਆ, ਚਾਹੇ ਉਹ ਕਿਸੇ ਵੀ ਖੇਤਰ 'ਚ ਰਹੇ ਹੋਣ, ਅਖਬਾਰ ਵਗੈਰਾ ਬੜਾ ਪੜ੍ਹਦੇ ਨੇ, ਰੁਚੀ ਰੱਖਦੇ ਨੇ ਦੇਸ਼ ਦੀ, ਸੂਬੇ ਦੀ ਜਾਣਨ ਵਾਲੇ, ਖਾਸ ਕਰਕੇ ਪੰਜਾਬੀਆਂ ਦੇ ਵਿੱਚ ਤਾਂ ਇਹ ਹੁੰਦਾ ਹੀ ਆ। ਤੁਸੀਂ ਕਿਵੇਂ ਦੇਖਦੇ ਹੋ? ਤੁਹਾਨੂੰ ਲੱਗਦਾ ਉਹਨਾਂ ਨੇ ਬੜੀ ਉਹ ਚਿੰਤਾਜਨਕ, ਉਹ ਕਹਿ ਰਹੇ ਸੀ ਵੀ ਹੋ ਸਕਦਾ ਵੀ ਹਾਲਾਤ ਉਦੋਂ ਵੀ ਖਰਾਬ ਹੋ ਜਾਣ 84 ਨਾਲੋਂ ਜਾਂ 91-92 ਨਾਲੋਂ? ਤੁਹਾਨੂੰ ਲੱਗਦਾ ਵੀ ਇਦਾਂ ਦੀਆਂ ਚੀਜ਼ਾਂ ਹੋ ਸਕਦੀਆਂ ਆਉਣ ਵਾਲੇ ਸਮੇਂ 'ਚ? ਦੇਖੋ ਜਿਹੜਾ ਆਉਣ ਵਾਲਾ ਸਮਾਂ ਹੈਗਾ, ਦੇਖੋ ਆਪਾਂ 84 ਦਾ ਜ਼ਿਕਰ ਕੀਤਾ ਹੈਗਾ ਇੱਥੇ ਫੌਜੀ ਸਾਹਿਬ ਨੇ, ਢਿੱਲੋਂ ਸਾਹਿਬ ਨੇ, ਉਹ ਹਾਲਾਤ ਨੂੰ ਜੇ ਇੱਕ ਪਾਸੇ ਵੀ ਰੱਖ ਲਈਏ, ਪਰ ਜਿਹੇ ਜੇ ਹੁਣ ਮੂਹਰੇ ਹਾਲਾਤ ਆ ਰਹੇ ਨੇ, ਜੇ ਆਪਾਂ ਉਹਨਾਂ ਦਾ ਕੰਪੈਰੀਜ਼ਨ ਉਹਨਾਂ ਹਾਲਾਤਾਂ ਨਾਲ ਕਰੀਏ, ਮੈਨੂੰ ਐਂ ਲੱਗਦਾ ਵੀ ਇਹ ਹਾਲਾਤ ਉਦੋਂ ਬਦਤਰ ਬਣਨਗੇ। ਉਹ ਕਿਉਂ ਬਣਨਗੇ? ਕਿਉਂਕਿ ਜਿਹੇ ਜੀ ਸਰਕਾਰਾਂ ਦੀ ਬੇਰੁਖੀ ਹੋਈ ਵੀ ਆ, ਹੁਣ ਉਹ ਸੰਘਰਸ਼ ਦਾ ਰੂਪ ਬਦਲ ਸਕਦਾ। ਜਿਵੇਂ ਪਹਿਲਾਂ ਸਮੇਂ ਤੇ ਕੋਈ ਖਾੜਕੂਬਾਦ ਚੱਲਿਆ, ਉਦੋਂ ਉਹ ਵੀ ਘੱਟ ਗਿਣਤੀਆਂ ਨਾਲ ਇੱਕ ਕਿਸਮ ਦਾ ਧੱਕਾ। ਹੁਣ ਜਿਹੜਾ ਚੱਲ ਰਿਹਾ, ਹੁਣ ਜਿਹੜਾ ਕਿਸਾਨੀ ਤੇ ਬਾਰ ਹੈ, ਜਿਹੜੀ ਕਿਸਾਨੀ ਨੂੰ ਖੂੰਜੇ ਲਾਉਣ ਨੂੰ ਤੁਰੇ ਹੋਏ ਆ ਜਿਹੜੇ ਦੇਸ਼ ਦੇ ਹਾਕਮ ਹੈ, ਜਦੋਂ ਇਹ ਕਿਸਾਨੀ ਨੂੰ ਖੂੰਜੇ ਲਾਉਣਗੇ, ਕਿਸਾਨੀ ਨਪੀੜੀ ਜਾਊਗੀ ਤੇ ਭੁੱਖੇ ਢਿੱਡ ਨੂੰ ਰੋਟੀ ਮੰਗਣੀ ਆ ਉਹਨੇ। ਪੇਟ ਨੂੰ ਤਾਂ ਖਾਣ ਨੂੰ ਕੁਝ ਚਾਹੀਦਾ ਹੈ। ਜੇ ਪੇਟ ਦੇ ਵਿੱਚ ਕੁਝ ਖਾਣ ਨੂੰ ਲੈਣਾ ਹੈ ਤਾਂ ਫਿਰ ਜਾਂ ਤਾਂ ਉਹ ਜ਼ਮੀਨ ਦੇ ਸਕਦੇ ਆ ਜਿਹੜੀ ਆਪਣੇ ਕੋਲੇ ਆ, ਆਪਾਂ ਜ਼ਮੀਨ ਤੋਂ ਪ੍ਰਾਪਤ ਕਰ ਸਕਦੇ ਆ। ਜਦੋਂ ਆਪਣੇ ਕੋਲੇ ਜ਼ਮੀਨ ਨਾ ਰਹੀ, ਰੋਟੀ ਦਾ ਜਿਹੜਾ ਸਾਧਨ ਹੈ ਕੋਈ ਇਹ ਨਾ ਰਿਹਾ, ਇਹ ਵੀ ਬਗਾਨੇ ਹੱਥਾਂ ਦੇ ਵਿੱਚ ਚਲੀ ਗਈ, ਜਿਵੇਂ ਇਹਨਾਂ ਨੇ ਹੁਣ 3 ਕਾਨੂੰਨ ਪਾਸ ਕਰਕੇ ਇਹ ਕਰ ਰਹੇ ਆ, ਪਰ ਇਹ ਇਹਨਾਂ ਵਾਸਤੇ ਬਹੁਤ ਖਤਰੇ ਦੀ ਘੰਟੀ ਹੋਊਗੀ। ਕਿਉਂਕਿ ਜਿਹੜਾ ਕਿਸਾਨੀ ਘੋਲ ਆ, ਇਹ ਇਹਨਾਂ ਨੂੰ ਇਹ ਲੱਗ ਰਿਹਾ ਵੀ ਖਾਣੀ ਇਹ ਮਤਲਬ ਹਲ ਵਾਹੁਣ ਵਾਲੇ ਲੋਕ ਆ, ਇਹ ਕੰਮ ਕਰਨ ਵਾਲੇ ਲੋਕ ਆ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦੇ ਹੱਥਾਂ ਦੇ ਵਿੱਚ ਅੱਜ ਕਿਸੇ ਸਮੇਂ ਤੇ ਜਦੋਂ ਪੰਜਾਲੀਆਂ ਸੀ,
ਜਾਂ ਕਿਸੇ ਸਮੇਂ ਤੇ ਇਹਨਾਂ ਨੇ ਮੁੱਠੇ ਫੜ ਕੇ ਹਲ ਵਾਇਆ। ਅੱਜ ਮਸ਼ੀਨਰੀ ਆ ਗਈ, ਮਸ਼ੀਨਰੀ ਤੋਂ ਬਾਅਦ ਅੱਜ ਦੇਸ਼ ਨੂੰ ਨਿਰਭਰ ਕਰਤਾ। ਭਾਵੇਂ ਆਪ ਖੁਦਕਸ਼ੀਆਂ ਕਰ ਰਹੇ ਆ, ਇਹ ਕੋਈ ਰੌਲਾ ਨਹੀਂ। ਦੇਸ਼ ਨੂੰ ਅੰਨ ਭੰਡਾਰ ਤੇ ਨਿਰਭਰ ਕਰਤਾ ਇਹਨਾਂ ਨੇ, ਕਮਾਈ ਕਿੰਨੀ ਕੀਤੀ ਹੈ। ਆਹ ਜਿੱਥੇ ਬੈਠੇ ਆਪਾਂ, ਇੱਥੇ ਵੱਡੇ ਵੱਡੇ ਟਿੱਬੇ ਹੁੰਦੇ ਸੀ, ਆਹ ਦਰਿਆ ਹੁੰਦਾ ਸੀ ਇੱਧਰ, ਸਤਲੁਜ ਦਰਿਆ ਦਾ ਵਹਿਣ ਹੈ ਜਿੱਥੇ ਆਪਾਂ ਬੈਠੇ ਹਾਂ। ਇਹ ਸਤਲੁਜ ਦਰਿਆ ਨੂੰ ਪੂਰ ਕੇ ਲੋਕਾਂ ਨੇ ਇੱਥੇ ਜ਼ਮੀਨਾਂ ਆਬਾਦ ਕਰਕੇ ਕਮਾਈ ਕਰਕੇ ਅੰਨ ਭੰਡਾਰ ਭਰਤੇ। ਪਰ ਸਰਕਾਰਾਂ ਇੰਨੀ ਬੇਰੁਖੀ ਕਰ ਰਹੀਆਂ ਨੇ, ਉਹਦੇ ਵਿੱਚ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਤੇ ਜਾਂ ਜਿਹੜੇ ਕਿਸਾਨ ਹੈ, ਕਿਸਾਨਾਂ ਦੇ ਵਿੱਚ ਨੌਜਵਾਨ ਪੀੜ੍ਹੀ ਆ, ਜਾਂ ਹੋਰ ਬੇਰੁਜ਼ਗਾਰੀ ਕਿੰਨੀ ਵਧੀ ਵੀ ਹੈ। ਕਿਉਂਕਿ ਕਿਸੇ ਜੇ ਕੋਈ ਨੌਕਰੀ ਡਿਪਲੋਮਾ ਕਰਦਾ ਉਹਨੂੰ ਨੌਕਰੀ ਨਹੀਂ ਮਿਲਦੀ, ਮਾਸਟਰ ਹੈ, ਡਾਕਟਰ ਹੈ, ਕੋਈ ਮਤਲਬ ਉਹਨੇ ਹਸਪਤਾਲ ਦਾ ਕਰਿਆ ਉਹਨੂੰ ਕੁਝ ਨਹੀਂ ਮਿਲਦਾ। ਜੇ ਮਿਲਦੀਆਂ ਤਾਂ ਡਾਂਗਾ ਮਿਲਦੀਆਂ, ਨਹਿਰਾਂ ਸਾਲਾਂ ਮਾਰੀ ਜਾਂਦੇ। ਇਹ ਮਾਹੌਲ ਹੈ ਜਿਹੜਾ, ਇਹ ਮਾਹੌਲ ਕਿਸੇ ਵੇਲੇ ਵੀ ਬੰਬ ਬਣ ਸਕਦਾ ਹੈ। ਇਹ ਮਾਹੌਲ ਕਿਸੇ ਵੇਲੇ ਵੀ ਭੜਕ ਸਕਦਾ। ਜੇ ਇਹ ਮਾਹੌਲ ਭੜਕ ਗਿਆ ਤਾਂ ਫਿਰ ਇਹ ਸਰਕਾਰਾਂ ਦੇ ਵੱਸ ਦੀ ਗੱਲ ਨਹੀਂ ਰਹਿਣੀ, ਪੰਜਾਬ ਦੀ ਗੱਲ ਨਹੀਂ, ਪੂਰੇ ਹਿੰਦੁਸਤਾਨ ਦੀ ਗੱਲ ਆ ਜੀ। ਬਲਵਿੰਦਰ ਜੀ, ਜਿਹੜੀ ਇਹ ਕਹਾਣੀ ਤੁਹਾਡੇ ਨਾਲ ਵਾਪਰੀ ਹੈ, ਜਿਹੜੀ ਘਟਨਾ ਗਈ ਇਹ ਤੁਸੀਂ ਸੁਣਾਉਣੇ ਹੋ, ਅਕਸਰ ਜ਼ਿਕਰ ਕਰਦੇ ਹੋ, ਪਹਿਲਾਂ ਵੀ ਤੁਹਾਡੀ ਗੱਲਬਾਤ ਹੋਰ ਟੀਵੀ ਚੈਨਲਾਂ ਤੇ ਵੀ ਆਈ ਹੋਊਗੀ। ਜਦੋਂ ਹੁਣ ਗੱਲਾਂ ਬਾਤਾਂ ਦੱਸਦੇ ਹੋ, ਜਦੋਂ ਇਹ ਗੱਲਾਂ ਬਾਤਾਂ ਲੋਕਾਂ 'ਚ ਜਾਂਦੀਆਂ ਗਈਆਂ, ਹੁਣ ਕਿਤੇ ਕੋਈ ਗੱਲਬਾਤ ਹੋਈ ਆ, ਫੋਨ ਫਾਨ ਆਇਆ ਉਤੋਂ ਵੀ ਇਹ ਤੁਸੀਂ ਕਿਉਂ ਦੱਸ ਰਹੇ ਹੋ, ਇਦਾਂ ਬਦਨਾਮੀ ਹੁੰਦੀ ਹੈ ਜਾਂ ਕੋਈ ਗੱਲਬਾਤ? ਦੇਖੋ ਹਲੇ ਤੱਕ ਕਿਸੇ ਦਾ ਨਹੀਂ ਆਇਆ। ਜੇ ਆਊ ਵੀ ਤਾਂ ਫਿਰ ਉਹਦੇ ਵਿੱਚ ਆਪਾਂ ਕਿਹੜਾ ਪਤਾ ਕਹਿਣਾ ਵੀ ਸੱਚਾਈ ਦੱਸ ਰਹੇ ਹਾਂ ਅਸੀਂ ਤਾਂ, ਜਿਹੜੀ ਸੱਚਾਈ ਕਰਕੇ ਆਏ ਆ। ਕਿਉਂਕਿ ਜੇ ਇਹ ਅੱਜ ਇਹ ਯੁੱਗ ਹੈਗਾ ਸੋਸ਼ਲ ਮੀਡੀਆ ਦਾ, ਜੇ ਪਹਿਲਾਂ ਵੀ ਹੁੰਦਾ ਸੀ ਤਾਂ ਪਹਿਲਾਂ ਵੀ ਖੁਲਾਸਾ ਕਰ ਦੇਣਾ ਸੀ ਇਹ ਗੱਲ ਦਾ। ਅਸੀਂ ਤਾਂ ਜੇਲ੍ਹ ਦੇ ਵਿੱਚ ਵੀ ਇਹ ਗੱਲਾਂ ਦੱਸੀਆਂ ਨੇ, ਜਦੋਂ ਸਾਨੂੰ ਪੁੱਛਿਆ ਗਿਆ ਉੱਥੇ ਵੀ ਕਿਉਂ ਆਏ ਹੋ ਤੁਸੀਂ, ਕੀ ਕੀਤਾ ਤੁਸੀਂ ਫੌਜ ਦੇ ਵਿੱਚ, ਅਸੀਂ ਸਾਰੀ ਘਟਨਾ ਦੱਸੀ ਹੈ ਇਹ ਵੀ ਆਹ ਗੱਲਾਂ ਹੋਈਆਂ ਯਾਰ ਸਾਡੇ ਨਾਲ, ਆਹ ਧੱਕਾ ਹੋਇਆ, ਇਹ ਹੋ ਕਰਿਆ। ਤੇ ਉਹ ਤੋਂ ਬਾਅਦ ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਜੇ ਕੋਈ ਆਊਗਾ ਵੀ ਤਾਂ ਉਹਨੂੰ ਵੀ ਆਪਾਂ ਠੋਕਵਾਂ ਜਵਾਬ ਦੇਵਾਂਗੇ, ਇਹੋ ਜਿਹੀ ਗੱਲ ਨਹੀਂ। ਭਾਵੇਂ ਆਪਾਂ ਕੁਛ ਵੀ ਆ, ਜੇ ਠੀਕ ਹੈ ਇੱਕ ਗੱਲ ਹੈਗੀ ਆ, ਪਰ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਜੀ, ਜਿਵੇਂ ਸ਼੍ਰੋਮਣੀ ਕਮੇਟੀ ਆ ਜਾਂ ਹੋਰ ਆ, ਉਹਨਾਂ ਨੂੰ ਸਾਡੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਸੀਗਾ ਵੀ ਯਾਰ ਇਹ ਬੰਦਿਆਂ ਨੇ ਐਡੀਆਂ ਕੁਰਬਾਨੀਆਂ ਕੀਤੀਆਂ ਇਹਨਾਂ ਨੇ। ਜਿਵੇਂ ਹੁਣ ਫੌਜੀ ਸਾਹਿਬ ਨੇ ਪਹਿਲਾਂ ਦੱਸ ਕੇ ਗਏ ਆ, ਦੇਖੋ 84 ਵੇਲੇ ਜੇ ਕਿਤੇ ਉਹ ਬੈਰਕਾਂ ਨਾ ਛੱਡਦੇ ਤਾਂ ਪੰਜਾਬ ਦਾ ਇਤਿਹਾਸ ਹੀ ਕੁਛ ਹੋਰ ਹੋਣਾ ਸੀਗਾ, ਅੱਜ ਪੰਜਾਬ ਦਾ ਮਾਹੌਲ ਹੀ ਹੋਰ ਹੋਣਾ ਸੀਗਾ। ਉਦੋਂ ਵੀ ਫੌਜ ਨੇ ਬਗਾਵਤ ਕੀਤੀ, ਉਹਨਾਂ ਨੂੰ ਵੀ ਨਹੀਂ ਪੁੱਛਿਆ ਗਿਆ। ਅਸੀਂ ਆਏ, ਅਸੀਂ ਚਲੋ ਬਗਾਵਤ ਹੀ ਕਰੀ, ਅਸੀਂ ਵੀ ਇੱਕ ਕਿਸਮ ਦੀ। ਅਸੀਂ ਜਾਂ ਉੱਥੇ ਬੰਦੇ ਮਾਰੀ ਜਾਂਦੇ, ਸਾਨੂੰ ਕਿਹੜਾ ਕੋਈ ਹੋ ਸੀਗਾ। ਕਦੇ ਪਹੁੰਚ ਕੀਤੀ ਹੈ, ਕਦੇ ਗੱਲਬਾਤ ਦੱਸੀ ਹੈ ਇਹਨਾਂ ਨੂੰ? ਕੋਈ ਅਸੀਂ ਹਜੇ ਅਸੀਂ ਪਹੁੰਚ ਵੀ ਨਹੀਂ ਕਰੀ। ਸਾਡੇ ਇੱਕ ਗੁਰਦਿਆਲ ਸਿੰਘ ਹੁੰਦਾ ਸੀ ਵਿਚਾਰਾ ਜਥੇਦਾਰ ਬਾਠ, ਉਹਨੇ ਇੱਕ ਵਾਰੀ ਗੱਲ ਜੀ ਕਰੀ ਸੀ, ਕਹਿੰਦਾ ਵੀ ਥੋੜਾ ਅਸੀਂ ਕਰਦੇ ਹਾਂ ਯਾਰ ਕੋਈ ਕਰਕੇ ਗੱਲਬਾਤ, ਕਿਉਂਕਿ ਉਹ ਬੰਦਾ ਉਦੋਂ ਮੁੜ ਕੇ ਥੋੜਾ ਬਹੁਤ ਲੰਮਾ ਸਮਾਂ ਵਿਚਾਰਾ ਬਿਮਾਰ ਰਿਹਾ। ਗੁਰਦਿਆਲ ਸਿੰਘ ਬਾਠ ਬਿਮਾਰ ਵੀ ਰਿਹਾ। ਇੱਕ ਦੋ ਵਾਰੀ ਉਹਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਮਿਲਾਇਆ ਵੀ। ਫਿਰ ਇੱਥੇ ਸਾਡੇ ਹਰਚਰਨ ਸਿੰਘ ਸੀਗਾ ਢਿੱਲੋਂ, ਜਿਹੜਾ ਰਾਠੀ ਕੇ ਬੁਰਜ ਦਾ, ਇਹ ਵੀ ਸ਼੍ਰੋਮਣੀ ਕਮੇਟੀ ਮੈਂਬਰ ਬਣਿਆ ਸੀ। ਇਹਨੂੰ ਅਸੀਂ ਵੀ ਵਾਰਤਾ ਘਰੇ ਆ ਕੇ ਸੁਣਾਈ ਸੀ, ਇਹ ਅਕਾਲੀ ਦਲ ਮਾਨ ਕੰਨਿਓ ਜਿੱਤਿਆ ਸੀਗਾ ਉਦੋਂ। ਉਹਨੂੰ ਅਸੀਂ ਦੱਸਿਆ ਵੀ ਐਂ ਕਰਕੇ ਆਹ ਗੱਲ ਆ ਯਾਰ, ਆ ਸਾਡੇ ਨਾਲ ਭਾਣਾ ਵਾਪਰਿਆ ਜਥੇਦਾਰ ਜੀ ਸਾਡੀ ਕੋਈ। ਉਹ ਕਹਿੰਦਾ ਵੀ ਕੋਈ ਨਹੀਂ ਕਰਾਂਗੇ, ਤੁਹਾਡਾ ਕਰਾਂਗੇ, ਪਰ ਕਰਿਆ ਕਿਸੇ ਨੇ ਕੁਛ ਨਹੀਂ। ਆ ਫਿਰਦੇ ਹੋ ਜਿਵੇਂ ਜੀ। ਬਲਵਿੰਦਰ ਜੀ, ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਤੇ ਮੈਂ ਜਾਂਦਾ ਜਾਂਦਾ ਇਹ ਜ਼ਰੂਰ ਚਾਹੂੰਗਾ, ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਕੀ ਕਹਿਣਾ ਚਾਹੋਗੇ? ਅਸੀਂ ਨੌਜਵਾਨ ਪੀੜ੍ਹੀ ਨੂੰ ਖਾਸ ਕਰਕੇ, ਜਿਹੜੇ ਅੱਜ ਦੇ ਹਾਲਾਤ ਬਣੇ ਹੋਏ ਆ ਕਿਸਾਨੀ ਦੇ, ਸਮਾਂ ਬੜਾ ਭਿਆਨਕ ਆ, ਜ਼ਮੀਨਾਂ ਖੋਹਣ ਦੀ ਤਿਆਰੀ ਕਰੀ ਬੈਠੇ ਆ ਹਾਕਮ। ਤੇ ਜਿਹੜੀ ਇਹ ਲੜਾਈ ਹੈ, ਇਹ ਲੜਾਈ ਨੌਜਵਾਨਾਂ ਤੋਂ ਬਿਨਾਂ ਅਧੂਰੀ ਹੈ। ਕਿਉਂਕਿ ਜਦੋਂ ਵੀ ਦੇਸ਼ ਦਾ ਗੱਡਾ ਅੜਿਆ ਕੱਢਿਆ, ਇਹ ਸਾਡੇ ਨੌਜਵਾਨਾਂ ਨੇ ਕੱਢਿਆ। ਅਸੀਂ ਇਹ ਸੱਦਾ ਦਿੰਦੇ ਹਾਂ ਨੌਜਵਾਨਾਂ ਨੂੰ, ਤੇ ਨਾਲ ਹੀ ਨੌਜਵਾਨਾਂ ਦੇ ਨਾਲ ਨਾਲ ਸਾਡੀਆਂ ਮਾਵਾਂ ਭੈਣਾਂ ਨੂੰ ਵੀ ਤੁਸੀਂ ਵੱਧ ਚੜ੍ਹ ਕੇ, ਜਿਹੜੇ ਆਪਾਂ ਨੂੰ ਜਦੋਂ ਆ ਦਿੱਲੀ ਦੇ ਵਿੱਚ ਆਪਾਂ ਬੈਠੇ ਹਾਂ, ਸੰਘਰਸ਼ ਚੱਲ ਰਿਹਾ ਹੈ, ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਓ, ਸੰਘਰਸ਼ ਦੇ ਵਿੱਚ ਕੁੱਦੋ, ਤਾਂ ਕਿ ਆਪਾਂ ਜਿਹੜੇ ਉਹ ਕਾਲੇ ਕਾਨੂੰਨ ਮੋਦੀ ਨੇ ਪਾਸ ਕੀਤੇ ਆ ਉਹਨਾਂ ਨੂੰ ਵਾਪਸ ਕਰਾ ਕੇ ਆਪਦੀ ਜਿੱਤ ਦੇ ਨਗਾਰੇ ਵਜਾਉਂਦੇ ਪੰਜਾਬ ਨੂੰ ਆਈਏ ਜੀ। ਇਹੀ ਮੇਰਾ ਸੰਦੇਸ਼ ਆ ਨੌਜਵਾਨਾਂ ਨੂੰ, ਇਹੀ ਸੰਦੇਸ਼ ਆ ਮੇਰੀਆਂ ਮਾਵਾਂ ਭੈਣਾਂ ਨੂੰ, ਇਹੀ ਸਾਰੇ ਲੋਕਾਂ ਨੂੰ ਜੀ। ਬਲਵਿੰਦਰ ਜੀ, ਸਮਾਂ ਦਾ ਤੁਹਾਡਾ ਧੰਨਵਾਦ। ਤੁਸੀਂ ਆਪਣੀ ਹੱਡਬੀਤੀ ਲੋਕਾਂ ਦੇ ਸਾਹਮਣੇ ਰੱਖੀ, ਇੱਕ ਸੱਚ ਨੂੰ ਸਾਹਮਣੇ ਰੱਖਿਆ ਲੋਕਾਂ ਨੇ। ਧੰਨਵਾਦ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਸੀ ਬਲਵਿੰਦਰ ਸਿੰਘ ਜੇਠੂਕੇ, ਜਿਨ੍ਹਾਂ ਨੇ ਆਪਣੀ ਕਹਾਣੀ ਲੋਕਾਂ ਦੇ ਸਨਮੁਖ ਰੱਖੀ। ਇਹ ਸੀ ਇੱਕ ਅਣਸੁਣੀ ਕਹਾਣੀ। ਉਮੀਦ ਕਰਦੇ ਹਾਂ ਅੱਜ ਦੀ ਮੁਲਾਕਾਤ ਤੁਹਾਨੂੰ ਪਸੰਦ ਆਈ ਹੋਵੇਗੀ। ਅੱਗੇ ਫਿਰ ਹਾਜ਼ਰ ਹੋਵਾਂਗੇ ਕੁਝ ਅਜਿਹੀ ਹੀ ਇੱਕ ਮੁਲਾਕਾਤ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।